लिंक्ड लिस्ट ਲਿਸਟ ਆਫ ਆਈਟਮਸ। ਜਿਸ ਤਰ੍ਹਾਂ ਐਰੇ ਹੁੰਦਾ ਸਾਡੇ ਕੋਲੇ, ਐਰੇਜ਼ ਦੇ ਵਿੱਚ ਅਸੀਂ ਵੈਲਿਊਜ਼ ਸਟੋਰ ਕਰਦੇ ਹਾਂ। 10 ਐਲੀਮੈਂਟ ਦਾ ਐਰੇ ਡਿਕਲੇਅਰ ਕਰ ਲਿਆ, ਉਹ 'ਚ 10 ਵੈਲਿਊਜ਼ ਪਾ ਲਈਆਂ। 20 ਦਾ ਕਰ ਲਿਆ ਡਿਕਲੇਅਰ, ਉਹਦੇ 'ਚ 20 ਵੈਲਿਊਜ਼ ਪਾ ਲਈਆਂ। ਉਹ ਫਿਕਸਡ ਹੁੰਦਾ ਹੈ। ਜਦੋਂ ਡਿਕਲੇਅਰ ਕਰਦੇ ਹਾਂ ਜਿੰਨੀਆਂ ਵੈਲਿਊਜ਼ ਦੇ ਲਈ ਓਨੀਆਂ ਵੈਲਿਊਜ਼ ਹੀ ਪੈ ਸਕਦੀਆਂ ਨੇ, ਵਧਾਇਆ ਨਹੀਂ ਜਾ ਸਕਦਾ ਉਸਨੂੰ, ਨਾ ਹੀ ਘਟਾਇਆ ਜਾ, ਘਟਾਉਣ ਦਾ ਤਾਂ ਮਤਲਬ ਹੀ ਨਹੀਂ, ਘਟਾਇਆ ਜਾ ਹੀ ਨਹੀਂ ਸਕਦਾ। ਤੇ ਜੇ ਅਸੀਂ ਘੱਟ ਵੈਲਿਊਜ਼ ਪਾਉਂਦੇ ਹਾਂ ਤਾਂ ਸਪੇਸ ਵੇਸਟ ਹੁੰਦੀ ਹੈ, ਕਿਉਂਕਿ ਜਿੰਨੀਆਂ ਆਈਟਮਸ ਲਈ ਅਸੀਂ ਉਹਨੂੰ ਡਿਕਲੇਅਰ ਕਰਾਂਗੇ ਓਨੀ ਮੈਮਰੀ ਆਕੂਪਾਈ ਕਰ ਲੈਂਦਾ। ਸੋ ਐਰੇ ਦਾ ਇੱਕ ਅਲਟਰਨੇਟਿਵ ਹੈ ਲਿੰਕਡ ਲਿਸਟ। ਲਿੰਕਡ ਲਿਸਟ ਕੀ ਕਰਦੀ ਹੈ ਕਿ ਇਸ ਦੇ ਵਿੱਚ ਜਦੋਂ ਆਪਾਂ ਨੂੰ ਲੋੜ ਪੈਂਦੀ ਹੈ ਜਿੰਨੀਆਂ ਆਈਟਮਸ ਦੀ, ਓਨੀਆਂ ਆਈਟਮਸ ਲਈ ਮੈਮਰੀ ਆਕੂਪਾਈ ਕਰਦੀ ਹੈ, ਤੇ ਇਸ ਨੂੰ ਅਸੀਂ ਲੋੜ ਅਨੁਸਾਰ ਐਕਸਟੈਂਡ ਵੀ ਕਰ ਸਕਦੇ। ਜਦੋਂ ਵੀ ਕੋਈ ਆਈਟਮ ਐਡ ਕਰਨੀ ਹੁੰਦੀ ਹੈ ਉਦੋਂ ਹੀ ਉਹਨੂੰ ਮੈਮਰੀ ਆਕੂਪਾਈ ਕਰਦੇ ਹਾਂ ਜੇ ਡਾਇਨਾਮਿਕ ਲਿੰਕ ਲਿਸਟ ਬਣਾਈਏ। A linked list is a collection of elements called nodes। ਇੱਥੇ ਹੁਣ ਜਿਵੇਂ ਆ ਨੀਚੇ ਦਿਖ ਰਿਹਾ ਹੈ, this is a single node, this is a node, it has two fields, ਆਹ ਵਾਲਾ ਤੇ ਆਹ ਵਾਲਾ। ਆ ਸੈਕੰਡ ਨੋਡ ਹੈ, ਥਰਡ ਨੋਡ ਹੈ, ਆ ਲਾਸਟ ਨੋਡ ਹੈ। ਲਾਸਟ ਨੋਡ ਦੇ ਪਿੱਛੇ ਨਲ ਲਿਖਿਆ ਹੈ, ਇਹ ਲਾਸਟ ਨੋਡ ਹੈ। So a linked list is a collection of elements called nodes, each of which stores at least two items of information। At least two ਕਿਉਂ? ਇੱਕ ਤਾਂ ਡਾਟਾ ਹੀ ਹੋਏਗਾ ਜੋ ਅਸੀਂ ਸਟੋਰ ਕਰਨ ਦੇ ਲਈ ਯੂਜ਼ ਕਰਾਂਗੇ, ਵੈਲਿਊ ਜਿਹੜੀ ਅਸੀਂ ਸਟੋਰ ਕਰਨੀ ਹੈ। ਜਿਵੇਂ ਅਸੀਂ ਐਰੇ 'ਚ ਸਟੋਰ ਕਰਦੇ ਸੀ 45, 78, 65 ਐਂਡ 64, ਚਾਰ ਵੈਲਿਊਜ਼ ਸਟੋਰ ਹੋਈਆਂ ਨੇ ਇਸ ਲਿੰਕ ਲਿਸਟ ਦੇ ਵਿੱਚ। ਤੇ ਇੱਕ ਫੀਲਡ ਹੋਰ ਚਾਹੀਦਾ ਹੈ, ਕਿਉਂਕਿ ਲਿੰਕਡ ਲਿਸਟ ਹੈ, ਇਹ ਲਿੰਕ ਫੀਲਡ ਹੈ। ਆਹ ਵਾਲਾ ਅਸਲ ਵਿੱਚ ਇਹ ਇੱਕ ਪੁਆਇੰਟਰ ਹੈ, ਜਿਸ ਤਰ੍ਹਾਂ ਅਸੀਂ ਪੁਆਇੰਟਰਸ ਸਟੋਰ ਕਰ ਲੈਂਦੇ ਹੁੰਦੇ ਹਾਂ। ਅਗਰ ਅਸੀਂ ਪੁਆਇੰਟਰ ਦੇ ਨਾਲ ਲਿੰਕ ਲਿਸਟ ਬਣਾਈਏ, ਅਦਰਵਾਈਜ਼ ਇਹ ਐਰੇ ਇੰਪਲੀਮੈਂਟੇਸ਼ਨ ਕਰਦੇ ਹਾਂ, ਫਿਰ ਇਹ ਦੂਸਰੇ ਅਗਲੇ ਐਲੀਮੈਂਟ ਦਾ ਇੰਡੈਕਸ ਇੱਥੇ ਸਟੋਰ ਹੁੰਦਾ। ਇੱਕ ਲਿੰਕ ਫੀਲਡ ਹੈ ਜਿਹੜਾ ਇੱਕ ਐਲੀਮੈਂਟ ਨੂੰ ਦੂਸਰੇ ਐਲੀਮੈਂਟ ਨਾਲ ਲਿੰਕ ਕਰਦਾ। ਮਤਲਬ ਫਸਟ ਐਲੀਮੈਂਟ ਤੋਂ ਅਸੀਂ ਸੈਕੰਡ ਐਲੀਮੈਂਟ ਤੇ ਜਾਂਦੇ ਹਾਂ, ਸੈਕੰਡ ਤੋਂ ਥਰਡ ਤੇ ਜਾਂਦੇ ਹਾਂ, ਸੈਕੰਡ ਥਰਡ ਤੋਂ ਲਿੰਕ ਲੈ ਕੇ ਫੋਰਥ ਤੇ ਜਾਂਦੇ ਹਾਂ। ਜਿਹੜੇ ਐਲੀਮੈਂਟ ਕੋਲੇ ਜਾਂਦੇ ਆ ਉਹ ਤੋਂ ਅਗਲੇ ਐਲੀਮੈਂਟ ਦਾ ਲਿੰਕ ਹਰੇਕ ਪਿਛਲੇ ਐਲੀਮੈਂਟ ਕੋਲੇ ਹੁੰਦਾ। ਜਿਵੇਂ 45 ਕੋਲੇ 78 ਦਾ ਲਿੰਕ ਹੈ, 45 ਕੋਲੇ ਜਾਵਾਂਗੇ, ਲਿੰਕ ਲਵਾਂਗੇ, 78 ਤੇ ਪਹੁੰਚਾਂਗੇ। 78 ਕੋਲੇ 65 ਦਾ ਲਿੰਕ ਹੈ, 78 ਤੋਂ ਲਿੰਕ ਲਵਾਂਗੇ, 65 ਕੋਲ ਪਹੁੰਚਾਂਗੇ। 65 ਤੋਂ ਲਿੰਕ ਲਿਆ, 64 ਤੇ ਪਹੁੰਚਾਂਗੇ। ਜਦੋਂ ਲਿੰਕ ਖਤਮ ਹੋ ਗਿਆ, ਇਟ ਮੀਨਸ ਨਲ। ਠੀਕ ਹੈ, ਵਨ ਇਜ਼ ਡਾਟਾ, ਜਿਵੇਂ ਆ ਫਸਟ ਫੀਲਡ ਹੈ ਇਹ ਡਾਟਾ, ਐਂਡ ਦਾ ਅਦਰ ਇਜ਼ ਲਿੰਕ। The second field is called link field. The link is a pointer or an address of the next node in the link list। ਇਹਦੇ ਵਿੱਚ ਜਿਹੜੀ ਨੈਕਸਟ ਨੋਡ, ਹਰੇਕ ਨੈਕਸਟ ਨੋਡ ਦਾ ਜਿਹੜਾ ਲਿੰਕ ਹੈ, ਜਿਹੜਾ ਐਡਰੈਸ ਹੈ, ਉਹ ਪ੍ਰੀਵੀਅਸ ਫੀਲਡ ਦੇ ਕੋਲੇ ਹੋਏਗਾ। ਐਰੇਜ਼ ਤੇ ਲਿੰਕ ਲਿਸਟ ਦੇ ਵਿੱਚ ਕੀ ਫਰਕ ਹੋ ਸਕਦਾ ਹੈ? ਜਿਵੇਂ ਪਹਿਲਾਂ ਦੱਸਿਆ ਬਰੀਫਲੀ ਕਿ ਐਰੇ ਫਿਕਸਡ ਹੁੰਦੇ ਨੇ, ਉਹਨਾਂ ਦਾ ਸਾਈਜ਼ ਫਿਕਸਡ ਹੁੰਦਾ ਹੈ। Array has a fixed size. Once it is declared, the size cannot be increased or decreased। ਫਸਟ ਪੁਆਇੰਟ ਤਾਂ ਹੀ ਹੋ ਗਿਆ। ਪਰ ਲਿੰਕ ਲਿਸਟ ਗਰੋ ਕਰ ਸਕਦੀ ਹੈ, ਜਦੋਂ ਜਦੋਂ ਐਲੀਮੈਂਟ ਐਡ ਹੋਈ ਜਾਣਗੇ ਲਿੰਕ ਲਿਸਟ ਵਧੀ ਜਾਏਗੀ। ਲਿੰਕ ਲਿਸਟ grows automatically when a node is added to it and shrinks when a node is deleted from it। दूसरा डिफरेंस, array elements are always stored in contiguous memory locations। ਦੱਸਿਆ ਸੀ contiguous ਮਤਲਬ ਨਾਲ ਲੱਗਦੀਆਂ ਮੈਮਰੀ ਲੋਕੇਸ਼ਨਸ ਦੇ ਵਿੱਚ ਐਰੇ ਦੇ ਐਲੀਮੈਂਟਸ ਨੇ ਜਿਹੜੇ ਉਹ ਸਟੋਰ ਹੁੰਦੇ। if there is enough memory space but not contiguous, array cannot be created। ਮਤਲਬ ਜੇ ਤੁਹਾਨੂੰ 40 ਬਾਈਟ ਇਕੱਠੇ ਚਾਹੀਦੇ ਨੇ, 40 ਬਾਈਟ ਦਾ ਐਰੇ ਤੁਸੀਂ ਡਿਕਲੇਅਰ ਕਰ ਰਹੇ ਹੋ 40 ਸਾਈਜ਼ ਦਾ, ਤਾਂ ਉਹਦੇ ਲਈ ਜਿੰਨੀ ਮੈਮਰੀ ਚਾਹੀਦੀ ਹੈ ਉਨੀ ਇਕੱਠੀ ਨਹੀਂ ਮਿਲੇਗੀ, ਤਾਂ ਐਰੇ ਡਿਕਲੇਅਰ ਨਹੀਂ ਹੋਏਗਾ। ਕਿਉਂਕਿ ਐਰੇ ਨੂੰ ਕੰਟੀਗਿਊਸ ਮੈਮਰੀ ਚਾਹੀਦੀ ਹੈ, ਲਗਾਤਾਰ ਮੈਮਰੀ ਚਾਹੀਦੀ ਹੈ ਇਕੱਠੀ।
पर लिंक लिस्ट जिथे जिथे नोड डिक्लेयर हो जाएगी वो एक दूसरे नाल लिंक होंदी जाती है। लिंक लिस्ट नीड्स लिंक लिस्ट नोड्स ऑक्यूपाई नॉन कंटिग्यूअस मैमरी लोकेशंस। जो एक नोड किते हुंदी है दूसरी किते होर पई हुंदी है तीसरी किते होर पई हुंदी है रैंडमली पईयां हुंदियां ने। सो नो सच प्रॉब्लम अकर्स। सो नॉन कंटिग्यूअस मैमरी ਦੇ ਵਿੱਚ ਲਿੰਕ ਲਿਸਟ ਜਿਹੜੀ ਆ ਉਹ ਬਣ ਸਕਦੀ ਹੈ। Third difference, insertion and deletion of elements from an array is tedious task। ਮੁਸ਼ਕਲ ਹੈ ਕਾਫੀ ਇਨਸਰਟ ਕਰਨਾ ਤੇ ਡਿਲੀਟ ਕਰਨਾ, ਕਿਉਂਕਿ ਜੇ ਤੁਸੀਂ ਇਨਸਰਟ ਕਰਦੇ ਹੋ ਤਾਂ ਤੁਹਾਨੂੰ ਉਹਦੇ ਪਿਛਲੇ ਐਲੀਮੈਂਟ ਨੇ ਜਿਹੜੇ ਉਹ ਪਿੱਛੇ ਨੂੰ ਮੂਵ ਕਰਕੇ ਜਗ੍ਹਾ ਬਣਾਉਣੀ ਪੈਂਦੀ ਹੈ, ਫਿਰ ਉੱਥੇ ਜਗ੍ਹਾ ਬਣਦੀ ਹੈ, ਫਿਰ ਇਨਸਰਟ ਕਰਦੇ ਆ। ਉਸੇ ਤਰ੍ਹਾਂ ਜੇ ਵਿਚਾਲਿਓਂ ਐਲੀਮੈਂਟ ਕੋਈ ਡਿਲੀਟ ਕਰਨਾ ਪੈ ਜਾਵੇ ਐਰੇ ਦੇ ਤਾਂ ਉਸ ਤੋਂ ਪਿਛਲੇ ਵਾਲੇ ਸਾਰੇ ਐਲੀਮੈਂਟਸ ਅੱਗੇ ਨੂੰ ਮੂਵ ਕਰਨੇ ਪੈਂਦੇ ਲੂਪ ਵਗੈਰਾ ਲਾ ਕੇ, ਤਾਂ ਕਾਫੀ ਮੁਸ਼ਕਲ ਹੈ। ਪਰ ਜਿਹੜੀ ਲਿੰਕ ਲਿਸਟ ਹੈ ਇਸ ਤਰ੍ਹਾਂ ਦਾ, ਬਿਕੋਜ਼ ਇਟ ਰਿਕੁਆਇਰਸ ਸ਼ਿਫਟਿੰਗ ਆਫ ਐਲੀਮੈਂਟਸ। ਜਿਹੜੀ ਲਿੰਕ ਲਿਸਟ ਹੈ ਉਹਦੇ ਵਿੱਚ ਸਿਰਫ ਲਿੰਕ ਆਪੀ ਕ੍ਰੀਏਟ ਕਰਨਾ ਹੁੰਦਾ ਹੈ, ਸਿਰਫ ਲਿੰਕ ਜਾਂ ਪੁਆਇੰਟਰ ਜਾਂ ਐਡਰੈਸ ਲਿੰਕ ਕਰਨਾ ਹੁੰਦਾ ਨਵੀਂ ਨੋਡ ਦਾ ਜਿੱਥੇ ਵੀ ਇਨਸਰਟ ਕਰਨਾ। ਇੰਸਰਸ਼ਨ ਐਂਡ ਡਿਲੀਸ਼ਨ ਆਫ ਨੋਡਸ ਫਰੋਮ ਅ ਲਿੰਕ ਲਿਸਟ is easy because no shifting of nodes is required, only link adjustment is enough। चौथा डिफरेंस एरे नालों, एरे साइज नीड टू बी डिक्लेयर्ड इन एडवांस। जे एरे डिक्लेयर करना है 100 एलीमेंट का, पहला दसना पेगा कि 100 एलीमेंट का साइज है एरे का। सो लॉट ऑफ मेमोरी स्पेस में वेस्ट इफ फ्यूर एलीमेंट्स आर स्टोर्ड इन इट। मान लो 100 एलीमेंट का एरे डिक्लेयर कर लिया, उस 25 एलीमेंट स्टोर किए, ਇਹਦਾ मतलब 75 एलीमेंट्स की जी मैमरी है वेस्ट हुई है, क्योंकि उन्हें ऑक्यूपाई तो की है पर यूज़ नहीं असी की। लिंक लिस्ट च प्रॉब्लम नहीं आती क्योंकि असी जो लोड़ पैंती है उदों ही उसको मैमरी देंगे। लिंक लिस्ट नोड इज क्रिएटेड ओनली वैन डाटा इज स्टोर्ड इन इट, सो देयर इज नो सच मैमरी वेस्टेज। ये कुछ डिफरेंसिस ने एरे एंड लिंक लिस्ट के विच। किवें बना सकते हैं लिंक्ड लिस्ट? दो तरह की रिप्रजेंटेशन है, एक स्टैटिक रिप्रजेंटेशन है, एक डायनामिक रिप्रजेंटेशन। जी डायनामिक रिप्रजेंटेशन है वो पॉइंटर्स यूज होंगे ने, जी स्टैटिक रिप्रजेंटेशन है वो एरे यूज होंगे है। पर जो असी स्टैटिक रिप्रजेंटेशन यूज करते हैं एरे यूज करते हैं, फिर जड़ियाँ एरे दी लिमिटेशनस ने उही लिंक लिस्ट दी लिमिटेशनस बन जाती ने, इस करके कोई ज़्यादा बैनीफिट नहीं होंगे। बैनीफिट तां है जे असी डायनामिक रिप्रजेंटेशन करते हैं, तो वैसे दोनों तरीके नाल हो सकती है। स्टैटिक रिप्रजेंटेशन ऑफ लिंक्ड लिस्ट इज ए प्रॉब्लम ऑफ अकैडमिक परपज ओनली। मतलब जिवें स्टूडेंट ने उन्होंने सिखाउण दे लई पढ़ाउण दे लई सिर्फ यह कीती जाती है, प्रैक्टिकली या कमर्शियली या असीं कह सकते सॉफ्टवेयर डिवेलपमेंट दे विच असीं इसनूं नहीं यूज़ करते, क्योंकि फिर एरे ही यूज़ कर लिया जाए लिंक लिस्ट का कोई फायदा नहीं रह जाता। द लिंक लिस्ट इज एन in this representation is to be represented with array। ਹੁਣ ਐਰੇ ਤੇ ਲਿੰਕ ਲਿਸਟ ਦਾ ਅਸਲ ਵਿੱਚ ਬਹੁਤ ਡਿਫਰੈਂਸ ਹੈ, ਪਰ ਜਦੋਂ ਉਹਨੂੰ ਐਰੇ ਨਾਲ ਬਣਾਵਾਂਗੇ ਤਾਂ ਐਰੇ ਵਾਲੀਆਂ ਹੀ ਜਿਹੜੀਆਂ ਲਿਮਿਟੇਸ਼ਨਸ ਨੇ, ਜਿਹੜੀਆਂ ਕਰੈਕਟਰਿਸਟਿਕਸ ਨੇ ਉਹ ਲਿੰਕ ਲਿਸਟ ਦੀਆਂ ਬਣ ਜਾਣਗੀਆਂ। ਫਿਰ ਲਿੰਕ ਲਿਸਟ ਦੀਆਂ ਜਿਹੜੀਆਂ ਆਪਣੀਆਂ ਖੂਬੀਆਂ ਨੇ ਉਹ ਅਸੀਂ ਨਹੀਂ ਉਹਦੀਆਂ ਬੈਨੀਫਿਟ ਨਹੀਂ ਲੈ ਸਕਦੇ। ਬਟ ਸੱਚ ਏ ਲਿੰਕ ਲਿਸਟ ਵਿਲ ਹੈਵ ਸੇਮ ਲਿਮਿਟੇਸ਼ਨਸ ਦੈਟ ਆਰ ਆਫ ਐਰੇਜ਼, ਸੋ ਇਟ ਇਜ਼ ਇੰਪ੍ਰੈਕਟੀਕਲ। ਪਰ ਜੇ ਬਣਾਉਣੀ ਹੋਵੇ ਤਾਂ ਇਦਾਂ ਬਣ ਸਕਦੀ ਹੈ। ਸਟਰਕਟ ਲਿੰਕਡ, ਲਿੰਕਡ ਤਾਂ ਨਾਮ ਰੱਖਿਆ, ਮੈਂ ਰੱਖਿਆ ਜੋ ਮਰਜ਼ੀ ਤੁਸੀਂ ਰੱਖ ਸਕਦੇ ਹੋ। ਸਟਰਕਟ ਮੈਂ ਸਟਰਕਚਰ ਬਣਾ ਰਿਹਾ ਜਿਵੇਂ ਆਪਾਂ ਸੀ ਲੈਂਗੁਏਜ ਪਹਿਲਾਂ ਪੜ੍ਹ ਚੁੱਕੇ ਹਾਂ। ਇੰਟੀਜਰ ਟਾਈਪ ਦਾ ਇੱਕ ਤਾਂ ਇਨਫੋਰਮੇਸ਼ਨ ਫੀਲਡ ਹੋ ਗਿਆ ਜਿਹ 'ਚ ਡਾਟਾ ਸਟੋਰ ਕਰਾਂਗੇ, ਇੱਕ ਲਿੰਕ ਫੀਲਡ ਹੋ ਗਿਆ। ਦੋ ਹੀ ਫੀਲਡ ਆਪਾਂ ਬਣਾਏ ਨੇ, ਸੇਮ ਉਸੇ ਤਰ੍ਹਾਂ ਜਿਵੇਂ ਆਪਾਂ ਪਿੱਛੇ ਰਿਪਰਜ਼ੈਂਟੇਸ਼ਨ ਦੇਖੀ ਸੀ ਇਹ ਵਾਲੀ, ਜਿਹਦੇ ਵਿੱਚ ਇੱਕ ਡਾਟਾ ਆ ਇੱਕ ਲਿੰਕ ਹੈ। ਡਾਟਾ ਮਤਲਬ ਇਨਫੋਰਮੇਸ਼ਨ। ਸੋ ਉਸ ਤਰ੍ਹਾਂ ਨਾਲ ਅਸੀਂ ਇਸ ਸਟਰਕਚਰ ਨੂੰ ਡਿਫਾਈਨ ਕਰ ਲਿਆ ਕਿ ਇਹਦੇ 'ਚ ਦੋ ਫੀਲਡ ਨੇ। ਉਸ ਤੋਂ ਬਾਅਦ ਇਸ ਸਟਰਕਚਰ ਦਾ ਅਸੀਂ जो लिंक लिस्ट है वो डिफाइन करनी। स्ट्रक्ट लिंकड उसका नाम है, स्ट्रक्ट लिंक लिस्ट मैं नाम रखा वेरीएबल का, जो लिंक लिस्ट वेरीएबल बनेगा। मैक्स, मैक्स कोई वेरीएबल आप उपर डिक्लेयर करते हैं, कोई सॉरी जिन्होंने आप कॉन्सटेंट कहने हैं, जिसकी वैल्यू 100 200 500 जिन्नी भी रखनी है लोड अनुसार रखी जा सकती है, वो इतने यूज है। डायरैक्ट असी इतने कोई वैल्यू भी दे सकते हैं। द स्ट्रक्चर लिंक्ड डिफाइंस ए नोड ऑफ द लिंक्ड लिस्ट। ये एक नोड नू डिफाइन करता है। इन्फो कंटेन्स द इंफॉर्मेशन इन द नोड एंड लिंक कंटेन्स द
index in the array of the next node in the list। मतलब इन्फो ਦੇ ਵਿੱਚ ਤਾਂ ਅਸੀਂ ਸਟੋਰ ਕਰਾਂਗੇ ਵੈਲਿਊ, ਜਿਵੇਂ 14 15 17 67 35 ਜੋ ਵੀ ਵੈਲਿਊ ਸਟੋਰ ਕਰ। ਲਿੰਕ ਦੇ ਕੋਲੇ ਨੈਕਸਟ ਜੋ ਨੋਡ ਹੋਏਗੀ ਉਸ ਦਾ ਇੰਡੈਕਸ ਹੋਏਗਾ, ਕਿਉਂਕਿ ਅਸੀਂ ਐਰੇ ਯੂਜ਼ ਕਰ ਰਹੇ ਹਾਂ, ਸੋ ਇੰਡੈਕਸ ਸਟੋਰ ਹੋਏਗਾ। we create an array of structure variables, ਜਿਵੇਂ list max, max is the constant we can define in the beginning। लेकिन यह प्रैक्टिकली नहीं यूज की जाती जिवें मैं दस्सिया, क्योंकि एरे दी लिमिटेशंस इहदे अप्लाई हो जाती। सो अल्टरनेटिव है साडे कोले डायनामिक रिप्रजेंटेशन ऑफ लिंक लिस्ट, जो असी प्रॉपर फ्रूटफुलनेस अगर असी लिंक लिस्ट की लैनी चाहुंदे हां, कंज्यूम करनी चाहुंदे हां, तो डायनामिक रिप्रजेंटेशन ऑफ लिंक लिस्ट विल मेक यूज ऑफ पॉइंटर टू स्टोर एड्रैस ऑफ द नेक्स्ट नोड इन द लिस्ट। पॉइंटर्स यूज करांगे। The node representation consists of at least two fields. One is data and another is self-reference pointer। Self-reference अपने आप दा ही address store करना node ने उसे type दा, to store the address of the next node with the similar structure। क्योंकि सारियां nodes इक्को type दियां होणगियां, so self-reference structure जिहड़ा pointer है वो लगेगा। Struct list node structure दा नाम रखिया int डाटा, जिस दे विच असीं डाटा आइटम स्टोर करांगे। डाटा आइटम दे नाल होएगा उहदा लिंक, इत्थे नेक्स्ट लिखिया गया क्योंकि नेक्स्ट नोड दा एड्रैस इहदे विच स्टोर होना। स्ट्रक्ट लिस्ट नोड सेम होना चाहिए, जो इत्थे लिखिया सी सेम वो इत्थे है, इहदा मतलब सैल्फ रैफरेंस बन गया। सैल्फ रैफरेंस मतलब जो स्ट्रक्चर बनाया जा रहा है उसे दा पॉइंटर उहदे अंदर बना दिता, तो इहदा मतलब है सैल्फ रैफरेंस पॉइंटर। नैक्सट पॉइंटर का नाम रखा गया इत्थे NXT कुछ भी रख सकते हैं। List node defines the structure of the single node in the list। In C language, each time a new node is created, memory is allocated to the node dynamically using malloc function। ਆਪਾਂ dynamic memory allocation ਚ पढ़िया होएगा, ਉਹਦੇ ਨਾਲ memory allocate ਕਰਨੀ ਪੈਗੀ ਇਸ ਨੂੰ। ਸੋ ਅਸੀਂ ਪਹਿਲਾਂ ਤਾਂ ਨੋਡ ਨੂੰ डिक्लेयर करांगे, क्योंकि पॉइंटर है इस करके इहनूं मैमरी एलोकेट करनी पेगी। अगर पॉइंटर ना हुंदा तो स्टैटिकली मैमरी अपने आप एलोकेट हो जाती है। सो ये पॉइंटर है, इस करके असीं इसनूं मैमरी एलोकेट करांगे। नोड इज इक्वल टू मैलॉक मैमरी एलोकेट। कितनी मैमरी एलोकेट करनी है ऑटोमैटिकली कैलकुलेट किया जा रहा है साइज ऑफ दे नाल। साइज ऑफ ऑपरेटर है सट्रक्ट लिस्ट नोड, भी जिन्ना सट्रक्ट लिस्ट नोड का साइज है उन्ना साइज की मैमरी नोड नूं एलोकेट हो जाए। जिन्ना इस सट्रक्ट लिस्ट नोड जी आप उपर बनाई है, इसका जिन्ना साइज है जिन्ने बाइट का उन्ना साइज ये कैलकुलेट कर लेगा, उन्ने साइज की मैमरी नोड नूं एलोकेट हो जाएगी। सो मैमरी इज एलोकेटेड एट रन टाइम वैन इट इज रिक्वायर्ड। सो ये डिफरेंस है जोड़ा एरे दे नाल। जे असीं एरे यूज करते हैं फिर तो वही फिक्सड हो जाएगा वो एरे, पहला ही आपां नूं दसना पेगा किन्ने साइज का एरे बनाना, फिर वो लिंक लिस्ट का कोई फायदा नहीं है। सो डायनामिक मैमरी एलोकेशन करते हैं तो ही लिंक लिस्ट का फायदा होंदा है। क्रिएटिंग ए लिंक लिस्ट एंड अपेंड नोड्स, किवें लिंक लिस्ट प्रैक्टिकली किवें बने। इन सी लैंग्वेज द स्ट्रक्चर डिफाइंस द नोड ऑफ द लिंक लिस्ट विद टू फील्ड डाटा एंड नेक्स्ट पॉइंटर, जिवें मैं पिछे दस्सिया। द फर्स्ट नोड इज कॉल्ड हैड नोड, जिहड़ी पहली बनेगी, एंड इनिशियली द हैड नोड इज नल, क्योंकि शुरू दे विच हैड दे विच कुछ नहीं होएगा, उन्होंने कोई मैमरी एलोकेट नहीं होएगी, सो नल होएगी शुरू दे विच। ईच टाइम ए नोड इज क्रिएटेड मैमरी इज एलोकेटेड टू इट यूजिंग मैलॉक फंक्शन, जो आप पिछे समझ चुके हैं। दैन डाटा इज स्टोर्ड इन द डाटा फील्ड एंड नेक्स्ट पॉइंटर इज सेट टू नल। नेक्स्ट पॉइंटर लास्ट नोड का हमेशा नल होएगा, जिहड़ी एंड वाली। सिमिलर टू दिस वन जिहड़ा आप शुरू दे विच ग्राफिकली आ देख चुके। एंड वाली नोड का नेक्स्ट पॉइंटर नल होएगा, बाकी सारियां दा नैक्सट पॉइंटर च उन्हां तो अगलियां नोड्स दे एड्रैस स्टोर किए जाएंगे। ये प्रैक्टिकली किवें होएगा, सानू उस तरह stdlib उपर इंक्लूड करनी पेगी। स्ट्रक्ट लिस्ट नोड इंटीजर डाटा स्ट्रक्ट लिस्ट नोड सैल्फ रैफरेंस पॉइंटर उस तरह नाल बना लिया। चीज़ वही है जो आप पहला पढ़ चुके हो। ये एक फंक्शन डिक्लेयर किया गया जिसकी जी इंप्लीमेंटेशन आ नैक्सट कॉलम पे है। इत्थे सिर्फ डिक्लेयर किया, पिछे सैमी कॉलन लगा दिता। ये एक लिस्ट नोट लैंदा ते उहदे च एक आइटम नूं ऐड करदा। उस तो बाद मेन बना दिता। मेन दे विच असीं एक नोड
डिक्लेयर की, ये नल है, शुरू च नल ही होएगी क्योंकि ਅਸੀਂ ਇਸ ਨੂੰ ਅਜੇ यूज़ करना शुरू करना है। शुरू ਦੇ ਵਿੱਚ ਜਦੋਂ ਨੋਡ ਕ੍ਰੀਏਟ ਹੋਏਗੀ ਪਹਿਲੀ ਨੋਡ, ਉਹ ਸ਼ੁਰੂ ਚ ਨਲ ਹੋਏਗੀ, ਮਤਲਬ ਖਾਲੀ ਹੋਏਗੀ। ਉਸ ਦਾ ਐਡਰੈਸ ਅਸੀਂ append ਨਾਂ ਦੇ ਆ ਫੰਕਸ਼ਨ ਨੂੰ ਭੇਜਾਂਗੇ ਤੇ ਜਿਹੜੀ ਵੈਲਿਊ ਸਟੋਰ ਕਰਨੀ ਹੈ ਉਹ ਵੀ ਭੇਜਾਂਗੇ। ਦੋ ਵੈਲਿਊਜ਼ ਮੈਂ ਭੇਜੀਆਂ ਨੇ 23 ਤੇ 45। ਪਹਿਲਾਂ 23 ਜਾਏਗੀ, ਉਹ 23 ਐਡ ਕਰ ਦੇਗਾ, ਫਿਰ 45 ਜਾਏਗੀ, 45 ਕਿਵੇਂ ਐਡ ਕਰਦਾ ਦੇਖੋ। ਜਦੋਂ append ਨੂੰ ਕਾਲ ਕਰਾਂਗੇ ਲਿਸਟ ਦਾ ਐਡਰੈਸ ਇੱਥੇ ਆ ਜਾਏਗਾ, ਕਿਉਂਕਿ ਪੁਆਇੰਟਰ ਸਿੰਗਲ ਸਟਾਰ ਵਾਲਾ ਸਿੰਗਲ ਐਸਟਰਿਸਕ ਲਾ ਕੇ ਅਸੀਂ ਇਹ ਪੁਆਇੰਟਰ ਡਿਕਲੇਅਰ ਕਰਿਆ ਸੀ। ਸੋ ਇਹਦਾ ਐਡਰੈਸ ਸਟੋਰ ਕਰਨ ਲਈ ਡਬਲ ਐਸਟਰਿਸਕ ਲਾ ਕੇ ਅਸੀਂ ਵੇਰੀਏਬਲ ਡਿਕਲੇਅਰ ਕਰਾਂਗੇ, ਕਿਉਂਕਿ ਇਹਦਾ ਐਡਰੈਸ ਇੱਧਰ ਭੇਜਿਆ ਜਾ ਰਿਹਾ, ਡਬਲ ਇਨਡਾਇਰੈਕਸ਼ਨ। ਸੋ ਇੱਥੇ ਐਡਰੈਸ ਆ ਜਾਏਗਾ ਤੇ ਆ ਡੀ ਦੇ ਵਿੱਚੋਂ ਵੈਲਿਊ ਆ ਜਾਏਗੀ, ਜਿਵੇਂ 23 ਹੈ ਉਹ 23 ਇੱਥੇ ਆ ਗਈ ਪਹਿਲੀ ਵਾਰ, ਅਗਲੀ ਵਾਰ 45 ਆਏਗੀ। ਸੋ ਪਹਿਲਾਂ 23 ਆਏਗੀ ਤਾਂ ਅਸੀਂ ਇੱਕ ਨੋਡ ਟੈਂਪਰੇਰੀ ਡਿਕਲੇਅਰ ਕਰ ਲਈ, ਇੱਕ ਨਿਊ ਨੋਡ ਡਿਕਲੇਅਰ ਕਰ ਲਈ। ਨਿਊ ਨੋਡ ਨੂੰ ਮੈਮਰੀ ਐਲੋਕੇਟ ਕਰ ਦਿੱਤੀ, ਜਿਵੇਂ ਆਪਾਂ ਪਹਿਲਾਂ ਕਰਿਆ ਮੈਲੋਕ ਦੇ ਨਾਲ, ਸਾਈਜ਼ ਆਫ ਸਟਰਕਟ ਲਿਸਟ ਨੋਡ। ਨਿਊ ਨੋਡ ਦੇ ਡਾਟੇ ਦੇ ਵਿੱਚ ਉਹ ਡਾਟਾ ਪਾ ਦਿੱਤਾ ਜਿਹੜਾ ਅਸੀਂ ਐਡ ਕਰਨਾ ਚਾਹੁੰਦੇ ਹਾਂ, ਮਤਲਬ 23 ਡੀ। ਨਿਊ ਨੋਡ ਦਾ ਨੈਕਸਟ ਨਲ ਕਰ ਦਿੱਤਾ, ਕਿਉਂਕਿ ਨੈਕਸਟ ਪੁਆਇੰਟਰ ਉਹਦਾ ਨਲ ਹੀ ਹੋਏਗਾ, ਕਿਉਂਕਿ ਉਹ ਪਹਿਲੀ ਵੀ ਹੈ ਲਾਸਟ ਵੀ ਹੈ, ਕਿਉਂਕਿ ਪਹਿਲੀ ਬਣ ਰਹੀ ਹੈ ਤਾਂ ਲਾਸਟ ਵੀ ਪਹਿਲੀ ਹੀ ਹੋਈ। ਜੇ ਹੈਡ ਨੋਡ ਨਲ ਹੈ ਤਾਂ ਹੈਡ ਨੋਡ ਨਿਊ ਨੋਡ ਬਣ ਜਾਏਗੀ। ਹੁਣ ਪਹਿਲੀ ਵਾਰ ਤਾਂ ਹੈਡ ਨੋਡ ਨਲ ਹੀ ਹੋਏਗੀ। ਸੋ ਪਹਿਲੀ ਵਾਰ ਹੈਡ ਨੋਡ ਜਦੋਂ ਨਲ ਹੋਏਗੀ ਤਾਂ ਉਹ ਨਲ ਦੀ ਬਜਾਏ ਹੁਣ ਉਹ ਨਿਊ ਨੋਡ ਦਾ ਐਡਰੈਸ ਹੈਡ ਨੋਡ ਚਲਾ ਜਾਏਗਾ। ਹੁਣ ਹੈਡ ਨੋਡ ਨਲ ਨਹੀਂ ਰਹੀ, ਹੁਣ ਹੈਡ ਨੋਡ ਇੱਕ ਨਵੀਂ ਨੋਡ ਕ੍ਰੀਏਟ ਹੋ ਗਈ। ਨਵੀਂ ਨੋਡ ਜਿਹੜੀ ਕ੍ਰੀਏਟ ਹੋਈ ਉਹਦਾ ਐਡਰੈਸ ਅਸੀਂ ਹੈਡ ਚ ਪਾ ਦਿੱਤਾ, ਹੈਡ ਅਸੀਂ ਨਵੀਂ ਨੋਡ ਨੂੰ ਹੈਡ ਬਣਾ ਦਿੱਤਾ, ਮਤਲਬ ਇਸ ਸਟੇਟਮੈਂਟ ਦੇ ਨਾਲ। ਜੇ ਹੈਡ ਨਲ ਨਹੀਂ ਹੈ ਇਹਦਾ ਮਤਲਬ ਕੀ ਹੈ ਕਿ ਜਿਹੜੀ ਲਿਸਟ ਹੈ ਉਹਦੇ ਵਿੱਚ ਪਹਿਲਾਂ ਵੀ ਆਈਟਮਸ ਹੈਗੀਆਂ ਨੇ। ਜੇ ਉਹਦੇ ਚ ਪਹਿਲਾਂ ਆਈਟਮਸ ਹੈਗੀਆਂ ਨੇ ਤਾਂ ਸਾਨੂੰ ਆਖਰੀ ਆਈਟਮ ਤੱਕ ਜਾਣਾ ਪਏਗਾ, ਆਖਰੀ ਆਈਟਮ ਦੇ ਪਿੱਛੇ ਅਸੀਂ ਨਵੀਂ ਨੋਡ ਲਾਵਾਂਗੇ। ਉਹਦੇ ਲਈ ਐਲਸ ਟੈਂਪਰੇਰੀ ਇਜ਼ ਇਕੁਅਲ ਟੂ ਹੈਡ ਨੋਡ, ਹੈਡ ਨੋਡ ਨੂੰ ਟੈਂਪ ਦੇ ਵਿੱਚ ਸਟੋਰ ਕਰ ਲਿਆ, ਅਸੀਂ ਪਿੱਛੇ ਪਹੁੰਚਣਾ, ਉਹਦੇ ਲਈ ਲੂਪ ਲਾਈ ਹੈ। ਜਿੰਨਾ ਚਿਰ ਤੱਕ ਟੈਂਪਰੇਰੀ ਦਾ ਨੈਕਸਟ ਨਲ ਨਹੀਂ ਹੋ ਜਾਂਦਾ, ਕਿਉਂਕਿ ਨਲ ਹੋਏਗਾ ਤਾਂ ਲਾਸਟ ਨੋਡ ਤੇ ਹੋਏਗਾ ਨਾ, तो जिन्ना चिर तक टैंपरेरी का नैक्सट नल नहीं हो जाता उन्ना चिर तक टैंपरेरी इज इक्वल टू टैंपरेरी नैक्सट। भी टैंपरेरी का जोड़ा नैक्सट है वो टैंपरेरी बन गया, फिर उस टैंपरेरी का जोड़ा नैक्सट होएगा वो टैंपरेरी बन जाएगा, फिर उसका नैक्सट जोड़ा वो टैंपरेरी बन जाएगा। इस तरह घूमते घूमते असी लास्ट नोड से पहुंच जाएंगे जिहदा नैक्सट नल होएगा। मतलब ये लूप उन्ना चिर चलनी है जिन्ना चिर तक वो नोड नहीं लभ जाती जिहदा नैक्सट नल है। ਜਦੋਂ ਅਸੀਂ ਉੱਥੇ ਪਹੁੰਚ ਜਾਾਂਗੇ ਜਿਹੜੀ ਨੋਡ ਦਾ ਨੈਕਸਟ ਨਲ ਹੈ ਉਹਦਾ ਮਤਲਬ ਹੈ ਉਹ ਲਾਸਟ ਨੋਡ ਹੈ। ਹੁਣ ਨਵੀਂ ਨੋਡ ਅਸੀਂ ਉੱਥੇ ਐਡ ਕਰਨੀ ਹੈ ਤਾਂ ਅਗਲੀ ਸਟੇਟਮੈਂਟ ਇਹੀ ਕੰਮ ਕਰ ਰਹੀ ਹੈ। ਟੈਂਪਰੇਰੀ ਦਾ ਜੋ ਨੈਕਸਟ ਹੈ ਦੈਟ ਵਿਲ ਬੀ ਨਿਊ ਨੋਡ। ਮਤਲਬ ਜਿਹੜੀ ਨਵੀਂ ਨੋਡ ਅਸੀਂ ਜਨਰੇਟ ਕੀਤੀ ਆ ਉੱਪਰ ਆਹ ਵਾਲੀ ਇੱਥੇ ਮੈਮਰੀ ਐਲੋਕੇਟ ਕਰਕੇ ਅਤੇ ਇਹਦੇ 'ਚ ਡਾਟਾ ਵਗੈਰਾ ਪਾ ਕੇ ਜਿਹੜੀ ਨਵੀਂ ਨੋਡ ਅਸੀਂ ਕ੍ਰੀਏਟ ਕੀਤੀ ਹੈ ਇਹ ਇਸ ਟੈਂਪਰੇਰੀ ਕਿਹੜੀ ਹੋਈ, ਟੈਂਪਰੇਰੀ ਲਾਸਟ ਨੋਡ ਹੋ ਗਈ, ਕਿਉਂਕਿ ਟੈਂਪਰੇਰੀ 'ਚ ਅਸੀਂ ਲਾਸਟ ਨੋਡ ਦਾ ਐਡਰੈਸ ਰਿਟਰੀਵ ਕਰ ਲਿਆ ਨੈਕਸਟ ਕਰਦੇ ਤਾਂ ਟੈਂਪਰੇਰੀ ਜਿਹੜੀ ਲਾਸਟ ਨੋਡ ਹੈ ਉਹ ਟੈਂਪਰੇਰੀ ਹੈ, ਉਸ ਦੇ ਨੈਕਸਟ ਦੇ ਵਿੱਚ ਅਸੀਂ ਇਹ ਨਿਊ ਨੋਡ ਪਾ ਦਿੱਤੀ। ਮਤਲਬ ਲਾਸਟ ਨੋਡ ਦੇ ਪਿੱਛੇ ਸਾਡੀ ਨਵੀਂ ਨੋਡ ਪੈ ਗਈ ਤੇ ਉਹ ਹੁਣ ਨਵੀਂ ਨੋਡ ਜਿਹੜੀ ਹੈ ਉਹ ਲਾਸਟ ਨੋਡ ਬਣ ਗਈ ਹੈ। ਇਸ ਤਰ੍ਹਾਂ ਨਾਲ ਇਹ ਇੱਕ ਕੰਪਲੀਟ ਲਿਸਟ ਜਿਹੜੀ ਹੈ ਉਹ ਤਿਆਰ ਹੋ ਜਾਊਗੀ। ਹੁਣ ਇਹਦੇ ਵਿੱਚ ਅਗਰ ਇਨਸਰਟ ਕਰਨਾ ਹੋਵੇ ਤਾਂ ਵੈਲਿਊਜ਼ ਆਪਾਂ ਇਨਸਰਟ ਵੀ ਕਰ ਸਕਦੇ, ਜਿਵੇਂ ਆਪਾਂ ਇਹਦੇ ਵਿੱਚ ਵੈਲਿਊਜ਼ ਅਸੀਂ ਇਨਸਰਟ ਕਰਨੀ ਹੈ ਨੋਡ ਦੇ ਵਿੱਚ, ਨੋਡ ਆਪਾਂ ਦੂਸਰੀ ਨੋਡ ਪਾਉਣੀ ਹੈ। ਟੂ ਇਨਸਰਟ a new node in the link list at some specified location only 2 pointer adjustments are required. Starting from the head node, traverse the node one by one to reach the node, after that the new node will be inserted. ਆਪਾਂ ਇੱਥੋਂ ਸ਼ੁਰੂ ਕਰਾਂਗੇ ਹੈਡ ਨੋਡ ਤੋਂ, ਆਹ ਨਲ ਹੈ ਆਖਰੀ ਨੋਡ ਹੈ, ਤਾਂ ਜਿਹੜੀ ਨੋਡ ਦੇ ਪਿੱਛੇ ਤੁਸੀਂ ਇਨਸਰਟ ਕਰਨਾ ਉੱਥੇ ਤੱਕ ਪਹੁੰਚੋਗੇ। ਆਹ ਲਿੰਕ ਇੱਥੋਂ ਲਾ ਕੇ ਇੱਥੇ ਲੱਗਿਆ ਹੋਇਆ ਸੀ ਪਹਿਲਾਂ, ਇਹਨੂੰ ਤੋੜਾਂਗੇ, ਨਵੀਂ ਨੋਡ ਦਾ ਐਡਰੈਸ ਇੱਥੇ ਪਾ ਦਾਂਗੇ, ਨਵੀਂ ਨੋਡ ਦੇ ਨੈਕਸਟ ਦੇ ਵਿੱਚ ਇਹਦਾ ਐਡਰੈਸ ਪਾ ਦਾਂਗੇ, ਇਹ ਵਿਚਕਾਰ ਲੱਗ ਜਾਏਗੀ। ਇਸ ਤਰ੍ਹਾਂ ਨਾਲ ਇਹ ਜਿਹੜੀ ਹੈ ਇਹ ਨਿਊ ਨੋਡ ਇਹਦੇ ਵਿੱਚ ਲਗਾਈ ਜਾ ਸਕਦੀ।
So the link of the new node to the next node and the current node to the new node as shown in figure, ਜਿਵੇਂ ਆਪਾਂ ਆਪਣੇ ਆ ਦਿਖਾ ਰਹੇ। ਮਤਲਬ ਕਹਿਣ ਦਾ ਭਾਵ ਹੈ ਵੀ ਆ ਅਸੀਂ ਨਵੀਂ ਨੋਡ ਹੈ ਜਿਹੜੀ ਇਹਦੇ ਵਿੱਚ ਐਡ ਕੀਤੀ ਹੈ। ਵੈਰੀ ਸਿੰਪਲ ਹੈ, ਦੇਖੋ ਇਹ ਜਿਹੜੀ ਫਸਟ ਨੋਡ ਹੈ ਉਹਦੇ ਨੈਕਸਟ ਦੇ ਵਿੱਚ ਇਹਦਾ ਐਡਰੈਸ ਸੀ, ਇਹਦਾ ਇਹ ਸੀਗਾ ਪਹਿਲਾਂ ਲਿੰਕ ਬਣਿਆ ਹੈ, ਉਹਨੂੰ ਅਸੀਂ ਤੋੜਿਆ। ਲਿੰਕ ਤੋੜਨ ਦਾ ਮਤਲਬ ਕੀ ਹੈ, ਬਸ ਇਹਦਾ ਐਡਰੈਸ ਇਹਦੇ ਵਾਲਾ ਐਡਰੈਸ ਦੀ ਬਜਾਏ ਅਸੀਂ ਆ ਨਵੀਂ ਨੋਡ ਦਾ ਐਡਰੈਸ ਇਹਦੇ ਨੈਕਸਟ 'ਚ ਪਾ ਦਿੱਤਾ, ਤੇ ਨਵੀਂ ਨੋਡ ਦੇ ਨੈਕਸਟ ਦੇ ਵਿੱਚ ਅਸੀਂ ਸੈਕੰਡ ਨੋਡ ਦਾ ਐਡਰੈਸ ਪਾ ਦਿੱਤਾ। ਇਹ ਆਟੋਮੈਟਿਕਲੀ ਦੋਹਾਂ ਦੇ ਵਿਚਾਲੇ ਇਨਸਰਟ ਹੋਊ, ਤੇ ਆ ਇਹਦਾ ਕੋਡ ਹੈ void insert। ਉਸੇ ਤਰ੍ਹਾਂ ਹੈਡ ਨੋਡ ਭੇਜਾਂਗੇ, ਜਿਹੜੀ ਡਾਟਾ ਆਈਟਮ ਪਾਉਣੀ ਆ ਉਹ ਭੇਜਾਂਗੇ, ਤੇ ਲੋਕੇਸ਼ਨ ਦੱਸਾਂਗੇ ਕਿੱਥੇ ਅਸੀਂ ਉਹ ਵੈਲਿਊ ਐਡ ਕਰਨੀ। ਸੇਮ ਉਸੇ ਤਰ੍ਹਾਂ ਨਾਲ ਇੱਕ ਟੈਂਪਰੇਰੀ ਤੇ ਇੱਕ ਨਿਊ ਨੋਡ ਲੈਣੀ ਪਏਗੀ। ਇੱਕ ਵੇਰੀਏਬਲ ਡਿਕਲੇਅਰ ਹੋਏਗਾ i, ਲੂਪ ਲਾਵਾਂਗੇ। ਟੈਂਪਰੇਰੀ 'ਚ ਹੈਡ ਨੋਡ ਦਾ ਐਡਰੈਸ ਲੈ ਲਾਂਗੇ, ਕਿਉਂਕਿ ਟੈਂਪਰੇਰੀ ਨੂੰ ਨੈਕਸਟ ਕਰਦੇ ਅਸੀਂ ਉੱਥੇ ਤੱਕ ਪਹੁੰਚਣਾ ਜਿਸ ਤੋਂ ਬਾਅਦ ਅਸੀਂ ਨਵੀਂ ਨੋਡ ਇਨਸਰਟ ਕਰਨੀ। ਸੋ ਟੈਂਪਰੇਰੀ ਕਿੰਨਾ ਚਿਰ ਤੱਕ ਲੂਪ ਲੱਗੇਗੀ, ਜਿੰਨਾ ਚਿਰ ਤੱਕ ਲੋਕੇਸ਼ਨ ਤੇ ਨਹੀਂ ਪਹੁੰਚਦਾ, ਜਿਵੇਂ ਤੀਜੀ ਲੋਕੇਸ਼ਨ, ਚੌਥੀ ਲੋਕੇਸ਼ਨ, ਪੰਜਵੀਂ ਲੋਕੇਸ਼ਨ, ਇੱਦਾਂ ਕੁਝ ਵੀ ਹੋ ਸਕਦਾ। ਮੰਨ ਲਓ ਦੂਜੀ ਲੋਕੇਸ਼ਨ ਹੈ ਜਾਂ ਪਹਿਲੀ ਲੋਕੇਸ਼ਨ ਹੈ, 0 ਤੋਂ ਲੈ ਕੇ ਸ਼ੁਰੂ ਹੋ ਕੇ ਲੋਕੇਸ਼ਨ ਤੋਂ ਇੱਕ ਘੱਟ ਤੱਕ ਅਸੀਂ ਇਹ ਲੂਪ ਲਾਈ ਹੈ। ਟੈਂਪਰੇਰੀ ਇਜ਼ ਇਕੁਅਲ ਟੂ ਟੈਂਪਰੇਰੀ ਨੈਕਸਟ। ਇਹ ਬਸ ਇਹੀ ਹੈ ਵੀ ਆ ਜਿਵੇਂ ਪਹਿਲੀ ਵਾਰ ਆ ਟੈਂਪਰੇਰੀ ਹੈ, ਟੈਂਪਰੇਰੀ ਦਾ ਨੈਕਸਟ ਟੈਂਪਰੇਰੀ ਫਿਰ ਆ ਟੈਂਪਰੇਰੀ ਬਣ ਜਾਏਗਾ, ਇਹ ਟੈਂਪਰੇਰੀ ਦਾ ਨੈਕਸਟ ਟੈਂਪਰੇਰੀ ਫਿਰ ਆ ਟੈਂਪਰੇਰੀ ਬਣ ਜਾਏਗਾ, ਇਹ ਟੈਂਪਰੇਰੀ ਦਾ ਨੈਕਸਟ ਆ ਟੈਂਪਰੇਰੀ ਬਣ ਜਾਏਗਾ। ਇਦਾਂ ਅੱਗੇ ਟਰੈਵਰਸ ਕਰਨ ਦੇ ਲਈ ਹੈ, 1 ਬਾय 1 ਉਹਨਾਂ ਨੂੰ ਵਿਜ਼ਿਟ ਕਰਨ ਦੇ ਲਈ। ਸੋ ਟੈਂਪਰੇਰੀ ਇਜ਼ ਇਕੁਅਲ ਟੂ ਟੈਂਪਰੇਰੀ ਨੈਕਸਟ। ਜੇ ਟੈਂਪਰੇਰੀ ਨਲ ਹੈ, ਇਹਦਾ ਮਤਲਬ ਹੈ ਅਸੀਂ ਆਖਰੀ ਨੋਡ ਤੇ ਪਹੁੰਚ ਗਏ, ਉਸ ਤੋਂ ਅੱਗੇ ਕੁਝ ਨਹੀਂ ਹੈ, ਤਾਂ ਅਸੀਂ ਇੱਥੇ ਐਰਰ ਦੇ ਦਾਂਗੇ ਅਨਨੋਨ ਲੋਕੇਸ਼ਨ ਐਂਡ ਰਿਟਰਨ, ਮਤਲਬ ਅਸੀਂ ਇੱਥੇ ਹੀ ਰੋਕ ਦਾਂਗੇ ਕੰਮ, ਅੱਗੇ ਕੁਝ ਨਹੀਂ ਕਰਾਂਗੇ। ਲੇਕਿਨ ਜੇ ਐਸਾ ਨਹੀਂ ਹੁੰਦਾ ਤਾਂ ਇਹਦਾ ਮਤਲਬ ਹੈ ਕਿ ਅਸੀਂ ਉਸ ਲੋਕੇਸ਼ਨ ਤੇ ਪਹੁੰਚ ਗਏ ਹਾਂ ਜਿਸ ਲੋਕੇਸ਼ਨ ਤੇ ਅਸੀਂ ਨਵੀਂ ਨੋਡ ਪਾਉਣੀ ਹੈ। ਤਾਂ ਇਹ ਲੂਪ ਇੱਥੇ ਖਤਮ ਹੋ ਜਾਏਗੀ। ਲੋਕੇਸ਼ਨ ਤੇ ਪਹੁੰਚਣ ਤੋਂ ਬਾਅਦ ਅਸੀਂ ਨਵੀਂ ਨੋਡ ਨੂੰ ਮੈਮਰੀ ਐਲੋਕੇਟ ਕਰਾਂਗੇ, ਨਵੀਂ ਨੋਡ ਦੇ ਡਾਟੇ 'ਚ ਡਾਟਾ ਸਟੋਰ ਕਰ ਦਾਂਗੇ, ਨਵੀਂ ਨੋਡ ਦੇ ਨੈਕਸਟ ਦੇ ਵਿੱਚ ਟੈਂਪਰੇਰੀ ਦਾ ਨੈਕਸਟ ਪਾ ਦਾਂਗੇ। ਮਤਲਬ ਆਹ ਟੈਂਪਰੇਰੀ ਹੈ, ਇਹਦਾ ਜਿਹੜਾ ਨੈਕਸਟ ਹੈ ਟੈਂਪਰੇਰੀ ਦਾ ਨੈਕਸਟ ਆ ਬਣਿਆ, ਠੀਕ ਹੈ। ਆਹ ਟੈਂਪਰੇਰੀ ਹੈ, ਇੱਥੋਂ ਟੈਂਪਰੇਰੀ ਕਰਦੇ ਕਰਦੇ ਆ ਪਹਿਲੀ ਆ ਤਾਂ ਹੈਡ ਨੋਡ ਹੋ ਗਈ, ਹੈਡ ਦਾ ਨੈਕਸਟ ਆ ਟੈਂਪਰੇਰੀ। ਇਸ ਵੇਲੇ ਮੰਨ ਲਓ ਆ ਟੈਂਪਰੇਰੀ ਨੋਡ ਹੈ, ਇੱਥੇ ਪਹੁੰਚ ਗਏ ਸੀ ਵੀ ਇੱਥੇ ਇਨਸਰਟ ਕਰਨਾ ਵੀ ਦੂਜੀ ਪੋਜੀਸ਼ਨ ਤੇ। ਆ ਪਹਿਲੀ ਪੋਜੀਸ਼ਨ ਹੈ, ਆ ਦੂਜੀ ਪੋਜੀਸ਼ਨ ਹੈ, ਦੂਜੀ ਲੋਕੇਸ਼ਨ, ਪਹਿਲੀ ਲੋਕੇਸ਼ਨ ਦੂਜੀ ਲੋਕੇਸ਼ਨ, ਤਾਂ ਦੂਜੀ ਲੋਕੇਸ਼ਨ ਤੇ ਇਨਸਰਟ ਕਰਨਾ। ਤਾਂ ਦੂਜੀ ਲੋਕੇਸ਼ਨ ਦਾ ਜਿਹੜਾ ਨੈਕਸਟ ਹੈ, ਠੀਕ ਹੈ, ਉਸ ਦੇ ਵਿੱਚ ਆਪਾਂ ਨੇ ਨਿਊ ਨੋਡ ਦਾ ਜਿਹੜਾ ਨੈਕਸਟ ਹੈ ਉਹਦੇ ਵਿੱਚ ਦੂਜੀ ਲੋਕੇਸ਼ਨ ਦਾ ਜਿਹੜਾ ਨੈਕਸਟ ਹੈ ਉਹ ਸਟੋਰ ਕਰ ਦਿੱਤਾ। ਅਸੀਂ ਇੱਥੇ ਆ ਨੈਕਸਟ ਦੇ ਵਿੱਚ ਸਟੋਰ ਕਰ ਦਿੱਤਾ, ਠੀਕ ਹੈ। ਨਿਊ ਨੋਡ ਦਾ ਜਿਹੜਾ ਨੈਕਸਟ ਹੈ ਉਹ ਆ ਜਿਹੜਾ ਇੱਥੇ ਇਹਦੇ ਕੋਲੇ ਐਡਰੈਸ ਸੀ ਨਾ ਇਸ ਟੈਂਪਰੇਰੀ ਆਪਾਂ ਉੱਥੇ ਤੱਕ ਪਹੁੰਚਦੇ ਹਾਂ। ਮੈਂ ਇਹਨੂੰ ਰੀਜ਼ ਕਰਕੇ ਦੁਬਾਰਾ ਕਰ ਦਿਆਂ। ਮੰਨ ਲੈਂਦੇ ਆ ਵੀ ਪਹਿਲਾਂ ਅਸੀਂ ਆਹ ਹੈਡ ਹੈ ਸਾਡਾ 45 ਵਾਲੀ ਜਿਹੜੀ ਨੋਡ ਹੈ, ਇਹ ਸਾਡਾ ਹੈਡ ਹੈ, ਆਹ ਵਾਲਾ ਹੈਡ ਹੈ, ਹੈਡ ਨੋਡ। ਆ ਦੇਖੋ ਹੈਡ, ਸ਼ੁਰੂ 'ਚ ਤਾਂ ਇਹੀ ਹੈਡ ਹੋਏਗਾ ਨਾ, ਕਿਉਂਕਿ ਪਹਿਲੀ ਹੈਡ ਨੋਡ ਤਾਂ ਇੱਕੋ ਹੀ ਹੁੰਦੀ ਹੈ, ਫਸਟ ਨੋਡ ਨੂੰ ਅਸੀਂ ਹੈਡ ਕਹਿੰਦੇ ਹਾਂ। ਇਹ ਹੈਡ ਹੈ, ਹੈਡ ਨੂੰ ਅਸੀਂ ਟੈਂਪਰੇਰੀ 'ਚ ਪਾ ਲਿਆ ਆ ਲਾਈਨ ਦੇ ਨਾਲ, ਮਤਲਬ ਕਿ ਹੈਡ ਵੀ ਬਣ ਗਿਆ ਤੇ ਟੈਂਪਰੇਰੀ ਵੀ ਹੈ। ਟੈਂਪਰੇਰੀ 'ਚ ਵੀ ਇਹੀ ਐਡਰੈਸ ਹੈ ਤੇ ਹੈਡ 'ਚ ਵੀ ਇਹੀ ਹੈ, ਦੋਨੇ ਜਿਹੜੇ ਨੇ ਐਡਰੈਸ ਜਿਹੜੇ ਨੇ ਉਹ ਫਸਟ ਨੋਡ ਦੇ ਹੀ ਨੇ। ਉਸ ਤੋਂ ਬਾਅਦ ਜਿੰਨਾ ਚਿਰ ਤੱਕ ਅਸੀਂ ਲੋਕੇਸ਼ਨ ਤੇ ਨਹੀਂ ਪਹੁੰਚਦੇ ਟੈਂਪਰੇਰੀ ਇਕੁਅਲ ਟੂ ਟੈਂਪਰੇਰੀ। ਹੁਣ ਸ਼ੁਰੂ 'ਚ ਤਾਂ ਇਹ ਟੈਂਪਰੇਰੀ ਸੀ, ਟੈਂਪਰੇਰੀ ਦਾ ਨੈਕਸਟ ਕੌਣ ਹੈ, ਆਹ ਟੈਂਪਰੇਰੀ ਦਾ ਨੈਕਸਟ ਹੈ, ਆਹ ਐਡਰੈਸ ਜਿਹੜਾ ਇੱਥੇ ਸਟੋਰ ਹੈ। ਤਾਂ ਇਹ ਐਡਰੈਸ ਜਦੋਂ ਟੈਂਪਰੇਰੀ ਦੇ ਵਿੱਚ ਪਾਵਾਂਗੇ, ਟੈਂਪਰੇਰੀ ਦਾ ਜਿਹੜਾ ਨੈਕਸਟ ਹੈ ਉਹ ਦੇਖਾਂਗੇ, ਟੈਂਪਰੇਰੀ ਦੇ ਨੈਕਸਟ ਨੂੰ ਅਸੀਂ ਚੈੱਕ ਕਰਾਂਗੇ ਉਹ ਜਿਹੜਾ ਇਹਦਾ ਐਡਰੈਸ ਹੈ। ਇਸ ਤਰ੍ਹਾਂ ਕਰਦੇ ਕਰਦੇ ਅਸੀਂ ਪਿੱਛੇ ਤੱਕ ਪਹੁੰਚਣਾ ਹੁੰਦਾ। ਪਰ ਕਿਉਂਕਿ ਹੁਣ ਮੰਨ ਲਓ ਵੀ ਅਸੀਂ 1 ਲੋਕੇਸ਼ਨ ਤੇ ਪਾਉਣਾ ਹੈ, ਤਾਂ 1 ਮਾਈਨਸ ਜੇ ਮੰਨ ਲਓ ਲੋਕੇਸ਼ਨ ਦੀ ਵੈਲਿਊ 1 ਹੈ, 1 ਲੈਸ ਦੈਨ i, ਲੋਕੇਸ਼ਨ ਜਿਹੜੀ ਹੈ ਲੋਕੇਸ਼ਨ 1 ਹੈ, ਇਹਦਾ ਮਤਲਬ 1 ਤੋਂ ਇੱਕ ਘੱਟ ਮਤਲਬ 0 ਤੱਕ ਜਾਣਾ ਹੈ। ਇਹਦਾ ਮਤਲਬ ਇਸ ਤੋਂ ਅੱਗੇ ਜਾਣਾ ਹੀ ਨਹੀਂ, ਮਤਲਬ ਇਹ ਟੈਂਪਰੇਰੀ ਹੈ, ਇਹ ਤੋਂ ਬਾਅਦ ਹੀ ਆਪਾਂ ਨੇ ਐਡ ਕਰ ਦੇਣੀ, ਪਹਿਲੀ ਤੋਂ ਬਾਅਦ ਹੀ ਐਡ ਹੋ ਰਹੀ ਹੈ, ਫਸਟ ਲੋਕੇਸ਼ਨ ਤੋਂ ਬਾਅਦ ਹੀ ਐਡ ਹੋ ਰਹੀ ਹੈ। ਇਹਦਾ ਮਤਲਬ ਟੈਂਪਰੇਰੀ ਇਕੁਅਲ ਟੂ ਟੈਂਪਰੇਰੀ ਨੈਕਸਟ ਆ ਨਹੀਂ ਚੱਲੇ, ਠੀਕ ਹੈ।
ये आपां नैक्सट ते जावांगे नहीं। सो टैंपरेरी का जिहड़ा नैक्सट है वो ये है। तो इत्थे टैंपरेरी का जिहड़ा नैक्सट है वो न्यू नोड का जिहड़ा नैक्सट है वो इहदे विच पै जाएगा। आ लिंक जिहड़ा इदां बनिया होया सी, ये लिंक समझो इत्थों मोड़ के आपां इत्थे पा दित्ता। तो टैंपरेरी का जिहड़ा नैक्सट है वो इत्थे स्टोर हो गया। मतलब ये लिंक अगर मैं दूसरे तरीके दे नाल कहां तां इस नूं आपां इत्थों तोड़िया ਅਤੇ ਇਹ ਲਿੰਕ ਜਿਹੜਾ ਹੈ ਅਸੀਂ ਇੱਥੇ ਸਟੋਰ ਕਰ ਦਿੱਤਾ। ਆਹ ਲਿੰਕ ਬਣਾ ਦਿੱਤਾ। ਇੱਥੇ ਸੀ ਇਹ ਐਡਰੈਸ, ਇੱਥੋਂ ਮਿਲਿਆ ਸਾਨੂੰ ਐਡਰੈਸ ਇਸ ਜਗ੍ਹਾ ਤੋਂ। ਇਸ ਜਗ੍ਹਾ ਤੋਂ ਅਸੀਂ ਇਹ ਐਡਰੈਸ ਚੱਕਿਆ ਤੇ ਨਿਊ ਨੋਡ ਦੇ ਨੈਕਸਟ ਜੇ ਐਡਰੈਸ ਪਾਤਾ। ਇਹਦਾ ਮਤਲਬ ਆਹ ਲਿੰਕ ਜਨਰੇਟ ਹੋ ਗਿਆ। ਹੁਣ ਅਸੀਂ ਆਹ ਲਿੰਕ ਜਨਰੇਟ ਕਰਨਾ ਹੈ। ਇਹ ਆ ਅਗਲੀ ਲਾਈਨ ਕਰ ਰਹੀ ਹੈ। ਨਿਊ ਨੋਡ ਦਾ ਜਿਹੜਾ ਐਡਰੈਸ ਹੈ ਟੈਂਪਰੇਰੀ ਦੇ ਨੈਕਸਟ 'ਚ ਪਾਤਾ। ਟੈਂਪਰੇਰੀ ਦਾ ਨੈਕਸਟ ਆ ਇਹ ਟੈਂਪਰੇਰੀ ਦਾ ਨੈਕਸਟ ਹੈ। ਇਹਦੇ ਵਿੱਚ ਅਸੀਂ ਨਿਊ ਨੋਡ ਦਾ ਐਡਰੈਸ ਮਤਲਬ ਇਸ ਨੋਡ ਦਾ ਐਡਰੈਸ ਪਾ ਦਿੱਤਾ। ਤਾਂ ਆਹ ਲਿੰਕ ਜਿਹੜੇ ਨੇ ਦੋ ਬਣੇ, ਜਿਹੜੇ ਕਿ ਇਹਨਾਂ ਦੋਹਾਂ ਨੋਡ ਦੇ ਵਿੱਚ ਜਿਹੜਾ ਆਹ ਲਿੰਕ ਸੀ ਇਹਨੂੰ ਤੋੜ ਕੇ ਇਹਨਾਂ ਨੂੰ ਵਿਚਕਾਰ ਇਨਸਰਟ ਕਰਨ ਦੇ ਲਈ ਜਨਰੇਟ ਕੀਤੇ ਗਏ। ਸੋ ਇਹ ਸੀ ਕਿ ਅਸੀਂ ਲਿੰਕ ਲਿਸਟ ਦੇ ਵਿੱਚ ਨਵੀਂ ਨੋਡ ਕਿਵੇਂ ਜਨਰੇਟ ਕਰ ਸਕਦੇ। deletion of a node in linked list। जिस तरह इंसर्ट किया सी उसे तरह नाल असी डिलीट कर सकते हैं लिंकड लिस्ट के विचों किसी नोड में। डिलीट करने के लिए सानू सिंगल पॉइंटर एडजस्टमेंट करनी पेगी, सिर्फ एक पॉइंटर की। भी जिमें मान लो इस नोड को असी डिलीट करना है तो इस तो पिछली नोड का जिहड़ा लिंक है वो इस तो अगली नोड के नाल जोड़ दिता। इस तरह करने नाल इहदा जिहड़ा एड्रैस है वो किसी कोल नहीं रहा। ये आउट ऑफ द वे होगी, ये तो मैमोरी फ्री कराओ, ये डिलीट हो जाती है। सो सिंगल पॉइंटर एडजस्टमेंट करनी है। पिछली नोड का एड्रैस उस तो अगली नोड के नाल जोड़ना है, लिंक जिहड़ा एड्रैस स्टोर करना है उहदे नाल ये काम हो जाता। इत्थे हुण असीं डिलीट नाम का फंक्शन बनाया। मेन वगैरह उदा ही बनेगा जिमें असीं इंसर्ट करने वेले बनाया सी। बस डिलीट नूं कॉल करना है। डिलीट नूं कॉल करने लई इहदे हैड दा एड्रैस भेजना है ते एक डाटा जिसनूं डिलीट करना चाहुंदे आ। डी च डाटा है मतलब वैल्यू नोड दा डाटा। टैंपरेरी तौर पर दो वेरीएबल डिक्लेयर करे ने, एक टैंप एक ओल्ड नोड। इत्थे ओल्ड नोड ते टैंप का की काम है, ये टैंपरेरी वेरीएबल ने जिहड़े सानूं इसनूं ट्रैवर्स करने च मदद करनगे। ट्रैवर्स मतलब एक एक करके नोड नूं असीं टैसट करते जावांगे कि डिलीट करने वाली जिन्ना चिर तक नहीं लभदी जां असीं एंड तक नहीं पहुंच जाते। सो शुरू दे विच जदों सानूं एड्रैस भेजिया जाएगा तो ये हैड है, ये हैड नोड है, ये वाली हैड नोड है। इहदा एड्रैस भेजिया गया तो वैल्यू जिहड़ी है मान लो भी 78 भेजी गई है डी दे विच। ਇਹਦਾ मतलब 78 वाली नोड को असीं डिलीट करना है तो एड्रैस साडे कोल 45 वाली नोड मतलब फस्ट नोड का एड्रैस सानूं भेजिया गया। असीं दो टैंपरेरी वेरीएबल डिक्लेयर करे ने, एक टैंप एक ओल्ड नोड। हैड की वैल्यू असीं टैंप च पा लई, मतलब आ जिहड़ा हैड है ये टैंप भी बन गया। मतलब टैंप दे विच भी ਉਹੀ नोड फस्ट नोड का एड्रैस है तो हैड दे विच भी उसे नोड का एड्रैस है। हैड नूं असीं चेंज नहीं करना चाहुंदे, हैड फस्ट ही रहना चाहिए। इस करके टैंपरेरी च उहदी कॉपी कीती है, क्योंकि टैंपरेरी दा बदलता रहेगा। पहला ये टैंपरेरी है, फिर ये बन जाएगा टैंपरेरी, फिर ये टैंपरेरी बन जाएगा, फिर ये बन जाएगा, जिन्ना चिर तक टैंपरेरी नल नहीं हो जाता। देखो लूप लाई है, वाइल टैंपरेरी नॉट इक्वल टू नल, भी जिन्ना चिर तक टैंपरेरी नल नहीं हो जाता टैंपरेरी बदलता रहेगा। टैंपरेरी पहला फस्ट नोड है, फिर सैकेंड टैंपरेरी बनेगी, फिर थर्ड बनेगी, फिर फोर्थ बनेगी। इस तरह टैंपरेरी अगे अगे जाता जाएगा। सो लूप दे विच जिन्ना चिर तक टैंपरेरी नल नहीं आ जाता उन्ना चिर तक लूप लगी है। सब तो पहला साडे कोले कंडीशन लगी है भी जे टैंपरेरी का डाटा डी के बराबर है। हुण टैंपरेरी का डाटा देखो 45 है, ये डी के बराबर तो है नहीं। डी दे विच तां असीं 78 भेजिया सी, भी 78 वाली नूं मान लो आपां डिलीट करना है, मतलब इहनूं ये बराबर है नहीं। मतलब इफ नहीं चलेगी, फिलहाल नहीं चलेगी। जो चलेगी आप तो देखते हैं, फिलहाल एल्स चलेगा। पहली बार एल्स चलेगा तो की होएगा, ओल्ड नोड दे विच टैंपरेरी की कॉपी कर ली। आ जिहड़ा टैंपरेरी है पहला इहदे विच आपां हैड की कॉपी की, इसे नूं हुण असीं टैंपरेरी भी बना लिया। मतलब फस्ट नोड की
वैल्यू है जिहड़ी वो ओल्ड नोड दे विच भी आ गई। एंड टैंपरेरी इक्वल टू टैंपरेरी नैक्सट, टैंपरेरी हुण इत्थों खत्म हो गया, टैंपरेरी की बन गया आ टैंपरेरी बन गया, टैंपरेरी का जिहड़ा नैक्सट है वो आ टैंपरेरी, ये टैंपरेरी बन गया। मतलब टैंपरेरी ओल्ड नोड पिछली नोड है, टैंपरेरी उस तो अगली। जे इत्थे भी डाटा मैच ना होया तो आ टैंपरेरी बन जाएगा ते आ ओल्ड नोड बन जाएगी, जे इत्थे भी मैच ना होया तो आ टैंपरेरी बन जाएगा, आ ओल्ड नोड बन जाएगी। टैंपरेरी है जिहड़ा ओल्ड नोड तो एक स्टैप अगे चल रहा, क्योंकि टैंपरेरी ਨੂੰ ਅਸੀਂ ਕੰਪੇਅਰ ਕਰ ਰਹੇ ਹਾਂ ਵੀ ਇਹ ਡਾਟਾ ਮੈਚ ਕਰ ਗਿਆ ਤਾਂ ਟੈਂਪਰੇਰੀ ਵਾਲੀ ਨੂੰ ਅਸੀਂ ਡਿਲੀਟ ਕਰਨਾ ਹੈ, 올ਡ ਨੋਡ ਦਾ ਲਿੰਕ ਅਸੀਂ ਉਸ ਤੋਂ ਨੈਕਸਟ ਵਾਲੀ ਨਾਲ ਜੋੜਨਾ, ਇਸ ਕਰਕੇ ਪਿਛਲੀ ਨੋਡ ਦਾ ਐਡਰੈਸ ਅਸੀਂ 올ਡ ਨੋਡ ਦੇ ਵਿੱਚ ਸਟੋਰ ਕਰਕੇ ਰੱਖ ਰਹੇ ਹਾਂ। ਸੋ ਐਲਸ ਚੱਲੇਗਾ ਤੇ ਇਸ ਤਰ੍ਹਾਂ ਨਾਲ ਹੋ ਜਾਏਗਾ, ਆ ਟੈਂਪਰੇਰੀ ਬਣ ਜਾਏਗੀ ਤੇ ਆ 올ਡ ਨੋਡ ਬਣ ਜਾਏਗੀ। ਇਸ ਤੋਂ ਬਾਅਦ ਲੂਪ ਫੇਰ ਇੱਥੇ ਜਾਏਗੀ, ਦੁਬਾਰਾ ਚੈੱਕ ਕਰੇਗੀ ਵੀ ਟੈਂਪਰੇਰੀ ਨਲ ਤਾਂ ਨਹੀਂ ਹੈ ਨਲ, ਜੇ ਟੈਂਪਰੇਰੀ ਦਾ ਡਾਟਾ ਡੀ ਦੇ ਬਰਾਬਰ ਹੈ, ਹੁਣ ਟੈਂਪਰੇਰੀ ਦਾ ਡਾਟਾ ਡੀ ਦੇ ਬਰਾਬਰ ਹੈ ਕਿਉਂਕਿ ਡੀ ਅਸੀਂ 78 ਭੇਜਿਆ, ਟੈਂਪਰੇਰੀ ਦਾ ਡਾਟਾ ਵੀ 78 ਹੈ, ਇਹਦਾ ਮਤਲਬ ਇਹੀ ਉਹ ਨੋਡ ਹੈ ਜਿਸ ਨੂੰ ਅਸੀਂ ਡਿਲੀਟ ਕਰਨਾ ਹੈ। ਵੀ ਹੈਵ ਫਾਊਂਡ ਦਾ ਨੋਡ ਮਿਲ ਗਈ ਹੈ, ਹੁਣ ਇਹਨੂੰ ਡਿਲੀਟ ਕਰਨਾ, ਮੈਚ ਕਰ ਗਿਆ, ਇਫ ਟਰੂ ਹੋ ਗਈ ਹੈ, ਆ ਗੱਲ ਹੁਣ ਸਹੀ ਹੋ ਗਈ। ਹੁਣ ਅਸੀਂ ਇਹਦੇ ਅੰਦਰ ਇਹ ਲਿਫ ਚੱਲੇਗੀ, ਹੁਣ ਦੇਖਾਂਗੇ ਕਿ ਟੈਂਪਰੇਰੀ ਹੈਡ ਦੇ ਬਰਾਬਰ ਹੈ, ਟੈਂਪਰੇਰੀ ਤਾਂ ਹੈਡ ਦੇ ਬਰਾਬਰ ਹੈ ਨਹੀਂ, ਹੈਡ ਤਾਂ ਆ ਪਿਆ, ਟੈਂਪਰੇਰੀ ਇਹ ਹੈ। ਟੈਂਪਰੇਰੀ ਹੈਡ ਦੇ ਬਰਾਬਰ ਉਦੋਂ ਹੋਏਗਾ ਜਦੋਂ ਅਸੀਂ ਫਸਟ ਨੋਡ ਨੂੰ ਡਿਲੀਟ ਕਰਨੀ ਚਾਹੁੰਦਾ ਹੋਵਾਂਗੇ, ਮਤਲਬ ਜੇ ਸਾਨੂੰ ਇਹ ਕਿਹਾ ਜਾਂਦਾ ਕਿ 45 ਵਾਲੀ ਨੋਡ ਡਿਲੀਟ ਕਰ ਦਿਓ ਤਾਂ ਹੈਡ ਜਿਹੜਾ ਟੈਂਪਰੇਰੀ ਦੇ ਬਰਾਬਰ ਸੀ, ਫਿਰ ਸਿੰਪਲ ਸੀ ਕਿ ਅਸੀਂ ਸੈਕੰਡ ਨੋਡ ਨੂੰ ਹੈਡ ਬਣਾ ਦੇਣਾ ਸੀ। ਆ ਦੇਖੋ ਹੈਡ ਇਜ਼ ਇਕੁਅਲ ਟੂ ਟੈਂਪ ਨੈਕਸਟ, ਟੈਂਪ ਦਾ ਨੈਕਸਟ ਹੈਡ ਬਣਾ, ਪਰ ਐਸਾ ਹੈ ਨਹੀਂ ਇਸ ਕੇਸ ਦੇ ਵਿੱਚ, ਪ੍ਰੈਜ਼ੈਂਟ ਕੇਸ ਦੇ ਵਿੱਚ ਟੈਂਪਰੇਰੀ ਹੈਡ ਦੇ ਬਰਾਬਰ ਹੈ ਨਹੀਂ, ਇਸ ਕਰਕੇ ਐਲਸ ਚੱਲੇਗਾ। ओल्ड नोड का जिहड़ा नैक्सट है ਉਹਦੇ ਵਿੱਚ ਟੈਂਪਰੇਰੀ ਦਾ ਨੈਕਸਟ ਪਾ ਦਾਂਗੇ। ਹੁਣ ਜੇ ਆ ਟੈਂਪਰੇਰੀ ਹੈ, ਆ ਨੋਡ ਟੈਂਪਰੇਰੀ ਹੈ ਤਾਂ ਟੈਂਪਰੇਰੀ ਦਾ ਨੈਕਸਟ ਆ ਹੋਇਆ ਤੇ 올ਡ ਨੋਡ ਆ ਇਹਦਾ ਨੈਕਸਟ ਆ ਹੋਇਆ, ਇਹਦੇ ਨੈਕਸਟ ਦੇ ਵਿੱਚ ਟੈਂਪਰੇਰੀ ਦਾ ਨੈਕਸਟ ਪਾ ਦਾਂਗੇ, ਮਤਲਬ ਆ ਲਿੰਕ ਜੋੜ ਦਾਂਗੇ, ਆ ਵਾਲਾ ਇਹ ਲਿੰਕ ਇਦਾਂ ਜੁੜ ਜਾਏਗਾ। ਆ ਲਾਈਨ ਜਿਹੜੀ ਹੈ ਇਸ ਲਿੰਕ ਨੂੰ ਜੋੜ ਰਹੀ ਹੈ, ਮਤਲਬ ਕਿ ਆ 78 ਵਾਲੀ ਜਿਹੜੀ ਨੋਡ ਹੈ ਇਹ ਆਊਟ ਆਫ ਦਾ ਵੇ ਹੋ ਗਈ, 올ਡ ਨੋਡ ਦੇ ਨੈਕਸਟ ਦੇ ਵਿੱਚ ਟੈਂਪਰੇਰੀ ਦਾ ਨੈਕਸਟ ਪੈ ਗਿਆ। ਉਸ ਤੋਂ ਬਾਅਦ ਅਸੀਂ ਟੈਂਪਰੇਰੀ ਦੀ ਮੈਮਰੀ ਫ੍ਰੀ ਕਰ ਦਿਆਂਗੇ ਐਂਡ ਇੱਥੋਂ ਵਾਪਸ ਚਲੇ ਜਾਵਾਂਗੇ। ਸੋ ਇਸ ਤਰ੍ਹਾਂ ਨਾਲ ਜਿਹੜੀ ਹੈ ਨੋਡ ਡਿਲੀਟ ਹੋ ਸਕਦੀ ਹੈ। ਟਰੈਵਰਸਿੰਗ ਦਾ ਨੋਡਸ ਆਫ ਅ ਲਿੰਕ ਲਿਸਟ ਵੈਰੀ ਸਿੰਪਲ ਹੈ ਕਿ ਅਸੀਂ ਸਿਰਫ ਉਹਦੇ ਜਿਹੜੀਆਂ ਵੈਲਿਊਜ਼ ਨੇ, ਜਿਵੇਂ ਅਸੀਂ ਐਰੇ ਦੀਆਂ ਵੈਲਿਊਜ਼ ਲੂਪ ਲਾ ਕੇ ਪ੍ਰਿੰਟ ਕਰਾਦੇ ਸੀ, ਉਸ ਤਰ੍ਹਾਂ ਅਸੀਂ ਜਿਹੜੀਆਂ ਲਿੰਕ ਲਿਸਟ ਹੈ ਉਹਦੀਆਂ ਵੈਲਿਊਜ਼ ਵੀ ਪ੍ਰਿੰਟ ਕਰਾ ਸਕਦੇ ਹਾਂ। ਟੂ ਟਰੈਵਰਸ ਆਲ ਨੋਡਸ ਆਫ ਅ ਲਿੰਕ ਲਿਸਟ ਸਟਾਰਟ ਫਰਮ ਦਾ ਹੈਡ ਨੋਡ ਐਂਡ ਵਿਜ਼ਿਟ ਈਚ ਨੋਡ ਵਨ ਬਾਏ ਵਨ ਅੰਟਿਲ ਦਾ ਐਂਡ ਨੋਡ। ਇਹ ਉਹੀ ਹੈ ਜਿਵੇਂ ਆਪਾਂ ਹੈਡ ਦਾ ਡਾਟਾ ਪ੍ਰਿੰਟ ਕਰਾਇਆ, ਹੈਡ ਨੂੰ ਅਗਲਾ ਬਣਾ ਲਓ, ਇਹ ਤਾਂ ਮੂਵ ਕਰੀ ਜਾਓ। ਵਾਇਡ ਡਿਸਪਲੇ ਇਹ ਫੰਕਸ਼ਨ ਹੈ। ਸਟਰਕਟ ਲਿਸਟ ਨੋਡ ਹੈਡ ਭੇਜਿਆ, ਇੱਥੇ ਹੈਡ 'ਚ ਸਿੰਗਲ ਸਟਾਰ ਲੱਗਿਆ, ਨੋਟ ਕਰਨ ਵਾਲੀ ਗੱਲ ਹੈ ਕਿਉਂਕਿ ਅਸੀਂ ਜੇ ਹੈਡ ਬਦਲੇਗਾ ਤਾਂ ਓਰੀਜਨਲ ਜਿਹੜੀ ਲਿਸਟ ਹੈ ਉਹਦੇ ਹੈਡ ਤੇ ਕੋਈ ਇਫੈਕਟ ਨਾ ਪਵੇ। ਇੱਥੇ ਹੈਡ ਦੀ ਕਾਪੀ ਹੋ ਜਾਏਗੀ, ਉਹਦਾ ਐਡਰੈਸ ਨਹੀਂ ਆਏਗਾ, ਸਿੰਗਲ 'ਚ ਆਇਆ ਨਾ, ਜੇ ਡਬਲ ਸਟਾਰ ਲਾਉਂਦੇ ਤਾਂ ਐਡਰੈਸ ਕਾਪੀ ਹੋਣਾ ਸੀ। ਜੇ ਅਸੀਂ ਸਿੰਗਲ ਸਟਾਰ ਨੂੰ ਸਿੰਗਲ ਸਟਾਰ 'ਚ ਹੀ ਪਾਸ ਕਰਾਂਗੇ, ਸਿੰਗਲ ਐਸਟਰਿਸਕ ਦੇ ਵਿੱਚ ਸਿੰਗਲ ਐਸਟਰਿਸਕ ਵਾਲੇ ਪੁਆਇੰਟਰ ਨੂੰ ਸਿੰਗਲ ਐਸਟਰਿਸਕ ਵਾਲੇ ਪੁਆਇੰਟਰ 'ਚ ਪਾਸ ਕਰਾਂਗੇ ਤਾਂ ਉਹਦੀ ਕਾਪੀ ਹੋ ਜਾਏਗੀ। ਤੇ ਵਾਈਲ ਹੈਡ ਨੋਟ ਇਕੁਅਲ ਟੂ ਨਟ, ਹੁਣ ਸ਼ੁਰੂ 'ਚ ਤਾਂ ਹੈਡ ਫਸਟ ਹੀ ਹੋਏਗਾ, ਜਿੰਨਾ ਚਿਰ ਉਹ ਨਲ ਨਹੀਂ ਹੋ ਜਾਂਦਾ ਉਹਨਾਂ ਚਿਰ ਤੱਕ ਇਹ ਲੂਪ ਚੱਲਣੀਆਂ ਨੇ। ਕਰਨਾ ਕੀ ਹੈ, ਪ੍ਰਿੰਟ ਕਰ ਰਿਹਾ ਹੈਡ ਦੇ ਡਾਟੇ ਨੂੰ, ਹੈਡ ਦੇ ਡਾਟੇ ਨੂੰ ਪ੍ਰਿੰਟ ਕੀਤਾ, ਹੈਡ ਇਜ਼ ਇਕੁਅਲ ਟੂ ਹੈਡ ਨੈਕਸਟ, ਹੈਡ ਦੀ ਜਿਹੜੀ ਨੈਕਸਟ ਨੋਡ ਆ ਉਹਨੂੰ ਹੈਡ ਬਣਾ ਲਿਆ, ਉਹ ਹੈਡ ਨਲ ਤਾਂ ਨਹੀਂ, ਉਹਦਾ ਵੀ ਡਾਟਾ ਪ੍ਰਿੰਟ ਹੋ ਗਿਆ। ਫਿਰ ਉਸ ਤੋਂ ਅਗਲੀ ਨੂੰ ਹੈਡ ਬਣਾ ਲਿਆ, ਹੈਡ ਇਕੁਅਲ ਟੂ ਹੈਡ ਨੈਕਸਟ, ਜੇ ਉਹ ਨਲ ਨਹੀਂ ਹੈ ਉਹਦਾ ਵੀ ਡਾਟਾ ਪ੍ਰਿੰਟ ਹੋ ਗਿਆ। ਫਿਰ ਉਸ ਤੋਂ ਅਗਲੀ ਨੂੰ ਨੈਕਸਟ ਨੂੰ ਹੈਡ ਬਣਾ ਲਿਆ, ਜੇ ਉਹ ਵੀ ਨਲ ਨਹੀਂ ਹੈ ਤਾਂ ਉਹਦਾ ਡਾਟਾ ਪ੍ਰਿੰਟ ਹੋ ਗਿਆ। ਇਸ ਤਰ੍ਹਾਂ ਨਾਲ ਜਿੰਨਾ ਚਿਰ ਤੱਕ ਅਸੀਂ ਐਂਡ ਤੇ ਨਹੀਂ ਪਹੁੰਚ ਜਾਂਦੇ, ਕਿਉਂਕਿ ਐਂਡ ਵਾਲੀ ਨੋਡ ਹੈ ਜਿਹੜੀ ਉਹ ਨਲ ਹੈ, ਉਹਨਾਂ ਚਿਰ ਤੱਕ ਸਾਰੀਆਂ ਨੋਡਸ ਦਾ ਡਾਟਾ ਪ੍ਰਿੰਟ ਹੋ ਜਾਏਗਾ। ਇਹੀ ਕੰਮ ਅਸੀਂ ਐਰੇ 'ਚ ਲੂਪ ਲਾ ਕੇ ਪ੍ਰਿੰਟ ਕਰਦੇ ਹੁੰਦੇ ਸੀ। ਟਰੈਵਰਸਿੰਗ ਇਸ ਨੂੰ ਕਹਿੰਦੇ ਹਾਂ ਅਸੀਂ। ਇੱਥੇ ਕੋਈ ਵੀ ਕੰਮ ਕਰ ਸਕਦੇ ਹਾਂ, ਇੱਥੇ ਸਿਰਫ ਪ੍ਰਿੰਟਿੰਗ ਕੀਤੀ ਜਾ ਰਹੀ ਹੈ। ਤੁਸੀਂ ਟਰੈਵਰਸ ਕਰਕੇ ਕੋਈ ਹੋਰ ਕੰਮ ਕਰਨਾ ਹੋਵੇ, ਕੋਈ ਫਾਈਂਡ ਕਰਨਾ ਹੋਵੇ, ਕੋਈ ਕਿਸੇ ਤਰ੍ਹਾਂ ਦਾ ਕੋਈ ਹੋਰ ਆਪਰੇਸ਼ਨ ਕਰਨਾ ਹੋਵੇ ਉਹਦੇ ਉੱਤੇ ਪਰਫਾਰਮ ਤਾਂ ਉਹ ਕਰ ਸਕਦੇ। ਕੰਪੈਰੀਜ਼ਨ ਆਫ ਲੀਨੀਅਰ ਐਂਡ ਨॉन ਲੀਨੀਅਰ ਡਾਟਾ ਸਟਰਕਚਰਸ। ਲੀਨੀਅਰ ਡਾਟਾ ਸਟਰਕਚਰ ਜਿਹੜਾ ਆਪਾਂ ਪੜ੍ਹਿਆ ਲਿੰਕ ਲਿਸਟ ਐਰੇ, ਇਹ ਲੀਨੀਅਰ। ਨॉन ਲੀਨੀਅਰ ਸਾਡੇ ਕੋਲ ਟਰੀ ਹੈ,
ਜਿਹੜਾ ਅਸੀਂ ਇਸੇ ਪੜ੍ਹਨਾ। The main difference between structures of non-linear and linear data is in manner that they organize elements of data। ਵੀ data ਦੇ ਜਿਹੜੇ element ਨੇ, ਜਿਹੜੇ elements ਨੇ ਉਸਦੇ ਅੰਦਰ data structure ਦੇ ਅੰਦਰ data store ਕੀਤਾ ਜਾ ਰਿਹਾ, ਉਹ ਕਿਸ manner 'ਚ ਹੈ। ਉਹ ਜੇ ਤਾਂ ਇੱਕ ਲਾਈਨ ਦੇ ਵਿੱਚ ਹੈ ਫਿਰ ਉਹ ਲੀਨੀਅਰ ਹੈ, ਜੇ ਇੱਕ ਲਾਈਨ 'ਚ ਨਹੀਂ ਹੈ ਤਾਂ ਫਿਰ ਉਹ ਨॉन ਲੀਨੀਅਰ। In structures of linear data, the elements of data are consecutively organized and therefore they are easy to apply in the memory of the computer। ਮੈਮਰੀ ਵੀ ਸੀਰੀਅਲ ਹੈ, ਸੀਰੀਅਲੀ ਐਡਰੈਸ ਬਣਦੇ ਨੇ, ਸੋ ਮੈਮਰੀ 'ਚ ਬਹੁਤ ਈਜ਼ੀਲੀ ਉਹਨਾਂ ਨੂੰ ਰੱਖਿਆ ਜਾ ਸਕਦਾ ਜਿਹੜੇ ਕੌਨਸੀਕਿਊਟਿਵ ਆਰਗੇਨਾਈਜ਼ ਨੇ, ਜਿਵੇਂ ਐਰੇ ਵਗੈਰਾ। ਇਨ ਨॉन ਲੀਨੀਅਰ ਡਾਟਾ ਸਟਰਕਚਰਸ a data element can be tied to several other elements of the data। ਜਿਵੇਂ ਆਪਾਂ ਕਹਿੰਦੇ ਆ ਕਿ ਇੱਕ ਡਾਟਾ ਆਈਟਮ ਆ, ਉਹਦੇ ਨਾਲ ਦੋ ਆਈਟਮਸ ਦੇ ਐਡਰੈਸ ਸਟੋਰ ਕਰੇ ਹੋਏ ਨੇ, ਇਹਨਾਂ ਦੋ ਦੇ ਫਿਰ ਦੋ ਹੋਰ ਕਰੇ ਹੋਏ ਨੇ, ਇਹ ਨॉन ਲੀਨੀਅਰ ਹੋ ਗਿਆ। Data elements can be tied to several other elements of the data to specific reports which exist among them to represent। Owing to this non-linear structure, they could be difficult to be applied in linear memory of computer compared by the way to carry out structures of linear data। linear data ਦੀ ਬਜਾਏ non linear ਨੂੰ memory ਦੇ ਵਿੱਚ ਅਪਲਾਈ ਕਰਨਾ, ਕਿਉਂਕਿ memory linear way ਦੇ ਵਿੱਚ ਕੰਮ ਕਰਦੀ ਹੈ, ਥੋੜਾ difficult ਹੈ। The choice of type of data structure on the other hand should be made carefully by considering the report among the elements of data which must be kept। ਜਿਵੇਂ ਸਾਡੇ ਕੋਲੇ ਕੁਝ ਐਗਜ਼ਾਮਪਲ ਨੇ, ਐਰੇ, ਲਿੰਕ ਲਿਸਟ, ਸਟੈਕ, ਕਿਊ, ਇਹ ਸਾਰੇ ਲੀਨੀਅਰ ਨੇ ਜਿਹੜੇ ਆਪਾਂ ਪੜ੍ਹੇ ਜਾਂ ਪੜ੍ਹ ਰਹੇ ਹਾਂ। ਟਰੀ, ਗ੍ਰਾਫਸ, these are non-linear data structures। ਸਰਕੂਲਰ ਲਿੰਕ ਲਿਸਟ ਹੈ, ਲਿੰਕ ਲਿਸਟ ਨੂੰ ਅੱਗੇ ਥੋੜਾ ਬਹੁਤ ਮੋਡੀਫਾਈ ਕੀਤਾ ਜਾ ਰਿਹਾ ਹੈ, ਹੁਣ ਉਹਦੀਆਂ ਮੋਡੀਫਿਕੇਸ਼ਨਸ ਮੈਂ ਦੱਸ ਰਿਹਾ। ਲਿੰਕ ਲਿਸਟ ਸਾਡੇ ਕੋਲੇ ਜਿਵੇਂ ਆ ਸਿੰਪਲ ਹੁੰਦੀ ਸੀ ਤਾਂ ਇੱਥੋਂ ਇੱਥੇ ਲੀਨੀਅਰ ਇੱਥੇ ਤੱਕ ਹੀ ਚੱਲਦੀ ਸੀ, ਇੱਥੇ ਨਲ ਹੁੰਦਾ ਸੀ, ਮਤਲਬ ਮਾਰਕਸ ਦਾ ਐਂਡ ਆਫ ਦਾ ਲਿੰਕ ਲਿਸਟ। ਪਰ ਹੁਣ ਜੇ ਅਸੀਂ ਇੱਥੋਂ ਟਰੈਵਰਸ ਕਰਦੇ ਹੋਏ ਅੱਗੇ ਨੂੰ ਚਲੇ ਗਏ, ਟੈਂਪ ਇਕਲ ਟੂ ਟੈਂਪ ਨੈਕਸਟ ਵਗੈਰਾ ਜਿਵੇਂ ਆਪਾਂ ਕਰਦੇ ਸੀ, ਕਰਕੇ ਅੱਗੇ ਚਲੇ ਗਏ, ਉੱਥੋਂ ਪਿੱਛੇ ਆਉਣ ਦਾ ਕੋਈ ਤਰੀਕਾ ਨਹੀਂ, ਕਿਉਂਕਿ 65 ਦੇ ਕੋਲੇ 64 ਦਾ ਐਡਰੈਸ ਹੈ, ਪਰ 64 ਦੇ ਕੋਲੇ 65 ਦਾ ਐਡਰੈਸ ਨਹੀਂ ਹੈ, ਮਤਲਬ ਅੱਗੇੋਂ ਪਿੱਛੇ ਨੂੰ ਜਾ ਸਕਦੇ ਹਾਂ, ਪਿੱਛੋਂ ਅੱਗੇ ਨੂੰ ਨਹੀਂ ਆ ਸਕਦੇ। ਤਾਂ ਤਰੀਕਾ ਕੀ ਹੈ ਕਿ ਇਸ ਤੇ ਜਿੱਥੇ ਨਲ ਸਟੋਰ ਕਰਦੇ ਆ, ਫੀਲਡ ਤਾਂ ਬਣਿਆ ਹੀ ਹੋਇਆ, ਉਹਦੇ 'ਚ ਫਸਟ ਨੋਡ ਦਾ ਐਡਰੈਸ ਸਟੋਰ ਕਰ ਦਿਓ। ਉਹਦੇ ਨਾਲ ਕੀ ਹੈ, 64 ਤੋਂ ਬਾਅਦ ਤੁਸੀਂ ਦੁਬਾਰਾ 45 ਤੇ ਜਾ ਸਕਦੇ ਹੋ, 45 ਤੋਂ 78 ਤੇ, ਫਿਰ 65 ਤੇ, ਫਿਰ 64 ਤੇ, ਫਿਰ 45 ਤੇ, ਏਦਾਂ ਇਹਨੂੰ, ਕਿਉਂਕਿ ਬਸ ਇੱਕ ਪੁਆਇੰਟਰ ਹੀ ਚੇਂਜ ਕਰਨਾ, ਉਸ ਨੂੰ ਸਰਕੂਲਰ ਲਿੰਕ ਲਿਸਟ ਕਹਿ ਦਿੰਦੇ ਆ। In a singular linked list, each node provides information about where is the next node in the list। To traverse any node in the linked list, we need to start from the head node and visit each node one by one until we reach the required node। So if we have an address of a node other than the head node, we can visit all the nodes next to it, but cannot traverse the nodes preceding it। ਪਿਛਲੀਆਂ nodes ਤੱਕ ਨਹੀਂ ਜਾ ਸਕਦੇ। ਜੇ ਮੰਨ ਲਓ 50 65 ਦਾ ਐਡਰੈਸ ਦੇ ਦੇਣ ਤਾਂ ਅਸੀਂ 54 ਤੱਕ ਤਾਂ ਜਾ ਸਕਦੇ ਹਾਂ, ਪਿੱਛੇ ਨਹੀਂ ਜਾ ਸਕਦੇ ਸੀ। To avoid this problem, we can make a linked list circular by storing the address of the first node in the next pointer of last node। In this way, the linked list can be traversed in circular manner, so we will be able to reach the any node starting from any node in the list, called circular linked list। ਕੰਮ ਬਾਕੀ ਉਦਾਂ ਹੀ ਹੋਣਗੇ, ਬਸ ਇੱਕ ਪੁਆਇੰਟਰ ਦਾ ਜਿਹੜਾ ਹੈ ਉਹ ਐਡਜਸਟਮੈਂਟ ਕਰਨੀ ਪਏਗੀ। ਇਹੀ ਕੰਮ ਦੇ ਲਈ ਫਿਰ ਥੋੜਾ ਜਿਹਾ ਹੋਰ ਇੰਪਰੂਵ ਕਰ ਲਿਆ ਗਿਆ ਕਿ ਉੱਥੋਂ ਸਰਕੂਲਰ ਤਾਂ ਘੁੰਮ ਕੇ ਆਉਣਾ ਪੈਂਦਾ ਉੱਪਰ ਦੀ, ਤੇ ਇੱਥੇ ਡਬਲ ਪੁਆਇੰਟਰ ਸਟੋਰ ਕਰ ਦਿੱਤਾ। ਜਿਸ ਤਰ੍ਹਾਂ ਆ ਨੋਡ ਹੈ, ਇੱਥੇ ਵੀ ਇੱਕ ਪੁਆਇੰਟਰ ਹੈ, ਲਿੰਕ ਪੁਆਇੰਟਰ ਹੈ, ਇੱਥੇ ਵੀ ਲਿੰਕ ਪੁਆਇੰਟਰ ਹੈ। ਇਹ ਲਿੰਕ ਪੁਆਇੰਟਰ ਕੋਲੇ ਅਗਲੀ ਦਾ ਐਡਰੈਸ ਹੈ, ਇਹ ਲਿੰਕ ਪੁਆਇੰਟਰ ਕੋਲੇ ਪਿਛਲੀ ਦਾ ਐਡਰੈਸ ਹੈ। ਮਤਲਬ ਹਰੇਕ ਨੋਡ ਕੋਲੇ ਆਪਦੇ ਤੋਂ ਅਗਲੀ ਦਾ ਅਤੇ ਆਪਦੇ ਤੋਂ ਪਿਛਲੀ ਦਾ ਐਡਰੈਸ, ਦੋਨਾਂ ਦਾ ਐਡਰੈਸ ਹੈ। ਉਹਦੇ ਨਾਲ ਕੀ ਹੈ, ਕਿਸੇ ਵੀ ਨੋਡ ਤੋਂ ਅੱਗੇ ਨੂੰ ਜਾਂ ਪਿੱਛੇ ਨੂੰ ਮੁੜ ਸਕਦੇ ਹਾਂ, ਉੱਪਰ ਦੀ ਸਰਕੂਲਰ ਵਾਂਗੂ ਘੁੰਮ ਕੇ ਆਉਣ ਦੀ ਜ਼ਰੂਰਤ ਨਹੀਂ ਪਏਗੀ। ਪਰ ਉਹਦੇ ਨਾਲ ਕੀ ਹੁੰਦਾ ਕਿ ਪੁਆਇੰਟਰਸ ਦੀ ਗਿਣਤੀ ਡਬਲ ਹੋ ਜਾਏਗੀ। In singular linked list, each node provides information about where the next node in the list, it has no knowledge about where the previous node lies in memory। So
it is not possible to traverse a singular linked list in a reverse direction from last to first. If we are 34th node and we want to reach 33rd node in the linked list, we have to traverse 33 from the starting from the first node. First node to सानू अगे नहीं जाना पड़ेगा. To avoid this problem, we can store each node not only the address of next node but also the address of previous node. This type of list is called doubly. ਤੁਹਾਡੇ ਸਾਹਮਣੇ ਇਹਦੇ ਵਿੱਚ ਫਸਟ ਨੋਡ ਦਾ ਪ੍ਰੀਵੀਅਸ ਪੁਆਇੰਟਰ ਨਾਲ ਹੋਏਗਾ ਤੇ ਲਾਸਟ ਨੋਡ ਦਾ ਨੈਕਸਟ ਪੁਆਇੰਟਰ ਨਾਲ ਹੋਏਗਾ. ਹਮੇਸ਼ਾ ਅੰਦਰਲੇ ਜਿਹੜੇ ਦੋ ਦੋ ਪੁਆਇੰਟਰ ਲੱਗਣਗੇ. ਇੱਥੇ ਅਸੀਂ ਨੈਕਸਟ ਲਿੰਕ ਲਿਖ ਦਿੰਦੇ ਨਾਲ ਪ੍ਰੀਵੀਅਸ ਲਿੰਕ ਵੀ ਲੱਗਣ ਲੱਗ ਪਏਗਾ ਕਿਉਂਕਿ ਡਬਲ ਪੁਆਇੰਟਰ ਹੈ. रिप्रजेंटेशन ऑफ डबली लिंक लिस्ट सिंपल है कि एक पॉइंटर होर ऐड कर दिओ. जिवें सिंगल लिंक लिस्ट च दो ही हुंदे सी, हुण एक होर आपां इहदे वर्गा ही एक नैक्सट वर्गा प्रीवियस ऐड करता, डबली बन गई. Dynamic representation of doubly linked list will make use of two pointers to store addresses of next and previous node in the list. The node representation consists of at least three fields. घट्टो घट्ट होणगे एक डाटे लई, एक next pointer लई ते एक address of next node store करन लई and एक previous pointer to store the address of previous node. तो इत्थे जिहड़ा स्ट्रक्चर दा नाम DBL list node लिखिआ, कुछ भी रख सकते हो, ਅਸੀਂ रखते हैं doubly linked list. Insertion of a node in doubly linked list required 4 pointer changes. ਹੁਣ ਜਿੱਥੇ ਸਿੰਗੂਲਰ ਦੇ ਵਿੱਚ 2 ਪੁਆਇੰਟਰ ਚੇਂਜ ਕਰਦੇ ਸੀਗੇ ਇਨਸਰਟ ਕਰਨ ਵੇਲੇ, ਇੱਥੇ ਡਬਲ ਕਰਨਾ ਪਏਗਾ, 4 ਹੋ ਜਾਣਗੇ. ਤੇ ਡਿਲੀਟ ਕਰਨ ਦੇ ਲਈ ਸਿੰਗੂਲਰ ਦੇ ਵਿੱਚ ਇੱਕ ਲਿਸਟ ਇੱਕ ਪੁਆਇੰਟਰ ਐਡਜਸਟ ਹੁੰਦਾ ਸੀ, ਇੱਥੇ 2 ਹੋਣਗੇ ਕਿਉਂਕਿ ਡਬਲ ਹੋ ਗਿਆ ਸਾਰਾ ਕੁਝ. एप्लीकेशंस की ने कित्थे वरती जा सकती है. एप्लीकेशन मतलब यूजर्स की ने. लिंक लिस्ट, लिंक लिस्ट कैन बी यूज टू स्टोर डाटा फ्रॉम द साइज ऑफ डाटा इज नॉट नोन वेयर द साइज ऑफ डाटा इज नॉट नोन और नॉट फिक्सड. ये सानू मान लो सानू नहीं पता कि असी कितनियां डाटा आइटम स्टोर करनियां ने या पहला तो नहीं असी डिसाइड कर सकते, उत्थे असी लिंक लिस्ट रख दें. अदरवाइज जे सानू पता भी असी 10 एलिमेंट स्टोर कर रहे हैं, फिर एरे वधिया, एरे सौखा. Common use of linked lists is to represent polynomials. Polynomial ਤੁਸੀਂ मैथ ਦੇ ਵਿੱਚ ਪੜ੍ਹਦੇ ਹੋਵੋਗੇ, ਜਿਵੇਂ x square plus 4x plus 3 ਇਦਾਂ ਕੁਝ ਵੀ ਹੋ ਸਕਦਾ, ਕਿਊਬ ਵੀ ਹੋ ਸਕਦਾ. तो इस तरह ਦੇ ਜਿਹੜੇ polynomials ਨੇ ਇਹਨਾਂ ਨੂੰ ਅਸੀਂ ਸਟੋਰ ਕਰਨ ਦੇ ਲਈ लिंक लिस्ट की वरतों कर सकते हैं. Once we build a link list to represent a polynomial, we can use such a list to perform common polynomial operations. जिवें addition, multiplication इन्हां ते हुंदी है, वो कर सकते हैं असीं लिंक लिस्ट की मदद नाल. ते तीसरी यूज है, लिंक lists are used as a building block for many other data structures such as stack, cube वगैरह जिहड़े ने वो भी लिंक लिस्ट की मदद दे नाल बनाए जा सकते हैं. लिंक लिस्ट बेसिक डाटा स्ट्रक्चर है. डायनामिकली एरे तो बाद एरे एक स्टैटिक डाटा स्ट्रक्चर है, तो एरे का अल्टरनेटिव लिंक लिस्ट है जिसनों अगे बहुत सारिया यूजर्स के लिए वरत्या जा सकता है. सो ये सी साडा लिंक लिस्ट के बारे में.